ਇੰਨੀ ਖੁਸ਼ੀ ਮਹਿਸੂਸ ਹੋਈ ਹੈ ਤੁਹਾਡੇ ਨਾਲ ਮੁਲਾਕਾਤ ਦੀ। ਅਗਰ ਮੈਂ ਇੰਡੀਆ 'ਚ ਜਾਂਦਾ ਸੀ ਨਾ ਤਾਂ ਮੈਂ ਤੁਹਾਡੇ ਦੋਸਤਾਂ ਨੂੰ ਹੁਣ ਦੋਸਤ ਬਣਾ ਕੇ ਉਹਦੇ ਨਾਲ ਗੱਪਸ਼ਪ ਇਹੋ ਹੀ ਲਾਉਣਾ। ਮੇਰੇ ਸੀਨੇ 'ਚ ਨਾ ਠੰਡਕ ਪੈਂਦੀ ਹੈ, ਮੇਰੇ ਸੀਨੇ 'ਚ ਠੰਡਕ ਪੈਂਦੀ ਹੈ ਕਿ ਮੇਰੇ ਇਲਾਕੇ ਦਾ ਆਦਮੀ, ਮੇਰੇ ਇਲਾਕੇ ਦਾ ਆਦਮੀ ਉੱਥੇ ਦਾ ਪਾਣੀ ਉੱਥੇ ਦਾ ਖਾਣਾ ਇਹਨੇ ਖਾਧਾ, ਮੈਂ ਇਹਦੇ ਨਾਲ ਪਿਆਰ ਕਰਾਂਗਾ, ਉਹ ਮੇਰੇ ਨਾਲ ਪਿਆਰ ਕਰੇ ਤੇ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ। ਜਿਸ ਤਰ੍ਹਾਂ ਤੁਸੀਂ ਪਿਆਰ ਦੀ ਸਦਾ ਦੀ ਇੰਤਹਾ ਹਲੇ ਤੱਕ ਹਰ ਰੋਜ਼ ਰਾਤ ਨੂੰ ਸੌਣ ਲੱਗਾ ਖਾਸ਼ ਹੈ ਵੀ ਇੱਕ ਦਫਾ ਫਿਰ ਦੇਖ ਕੇ ਉਹਨਾਂ ਖਾਇਆ ਨਹੀਂ ਉੱਥੇ ਕੁਝ। ਯਾਨੀ ਉਹ ਧਰਤੀ ਪਿਆਰੀ ਲੱਗਦੀ ਹੈ, ਉਹ ਧਰਤੀ ਪਿਆਰੀ ਲੱਗਦੀ ਹੈ। ਹੁਣ ਉਹ ਬੰਦੇ ਜਿਹੜੇ ਸੀ ਉਹ ਪਿਆਰੇ ਲੱਗਦੇ ਸੀ। ਮੈਂ ਕਹਿੰਦਾ ਇੰਨਾ ਯਾਦ ਆਉਂਦਾ ਕਿ ਕਿੰਨੀ ਉਮਰ ਹੋ ਗਈ 84 ਸਾਲ ਦੀ, ਉੱਥੇ ਦੇ ਇੱਕ ਜ਼ਰਾ ਜ਼ਰਾ ਜ਼ਮੀਨ ਦਾ ਉਹ ਜ਼ਿਹਨ ਚ ਆਉਂਦਾ ਵੀ ਉੱਥੇ ਮੈਂ ਨਜ਼ਰ ਚ ਆਉਂਦਾ ਸੀ, ਉੱਥੇ ਮੈਂ ਖੇਡਦਾ ਸੀ, ਉੱਥੇ ਇਹ ਸੀ ਛੱਪੜ ਸੀ ਜਾਂ ਪਾਣੀ ਇੱਧਰ ਸੀ, ਉਹ ਖੂਹ ਤੋਂ ਲੈ ਕੇ ਆਉਂਦੇ ਸੀ। ਉਹ ਦੁਬਾਰਾ ਦੇਖਣ ਦੀ ਖਾਹਿਸ਼ ਇਹ ਪੈਦਾ ਹੁੰਦੀ ਹੈ ਕਿ ਇਹਨੂੰ ਦੇਖ ਕੇ ਉਹਦੀ ਜ਼ਿਆਰਤ ਕਰਕੇ ਰੱਜ ਨਹੀਂ ਹੁੰਦਾ, ਰੱਜ ਨਹੀਂ ਹੁੰਦਾ। ਤੁਸੀਂ ਯਕੀਨ ਕਰ ਲਿਓ ਕਿ ਮੈਂ ਕਈ ਦਫਾ ਰਾਤ ਨੂੰ ਇਹ ਗੱਲ ਸੋਚ ਕੇ ਦਿਮਾਗ 'ਚ ਮੈਂ ਰੋਣ ਲੱਗ ਪਿਆ। ਜੀ ਦੇਖੋ ਸਾਡੇ ਤੇ ਪਾਬੰਦੀ ਇਹ ਹੈ ਕਿ ਅਸੀਂ ਉੱਥੇ ਜਾ ਨਹੀਂ ਸਕਦੇ, ਇਸ ਤੇ ਪਾਬੰਦੀ ਹੈ ਸਾਡੇ ਤੇ, ਅਸੀਂ ਜਾ ਨਹੀਂ ਸਕਦੇ। ਪਿੰਡ ਸਾਡੇ ਆਵਾਜ਼ ਦੀਆਂ ਕਬਰਾਂ ਉੱਥੇ ਗਏ, ਪੜਾਨ ਦੇ ਇਰਦ ਗਿਰਦ ਸਾਰੇ ਮੁਸਲਮਾਨਾਂ ਦੇ ਪਿੰਡ ਸੀ। ਅੱਛਾ, ਲੇਕਿਨ ਸਾਡੇ ਨਾਲ ਉਹਨਾਂ ਦਾ ਤਾਲੁਕ ਇਹੋ ਜਿਹੀ ਸੀ ਕਿ ਮਜ਼ਹਬੀ ਤੌਰ ਤੇ ਕਦੇ ਇਖਤਲਾਫ ਨਹੀਂ ਸੀ ਹੋਇਆ। ਅੱਛਾ, ਉਹਨਾਂ ਦੇ ਕੋਈ ਤਿਉਹਾਰ ਆਇਆ, ਲੋਹੜੀ ਆਈ, ਅਸੀਂ ਨਾਲ ਇੰਜੋਏ ਕਰਦੇ ਸੀ, ਮਨਾਉਂਦੇ ਸੀ। ਖਾਸ ਕਰਕੇ ਜਦੋਂ ਸੌਣ ਦੇ ਵਿੱਚ ਤੀਆਂ ਕਹਿੰਦੇ ਸੀ। ਤੀਆਂ ਇਹ ਸੀ ਕਿ ਔਰਤਾਂ ਆਪਣੇ ਘਰੋਂ ਬਣ ਠਣ ਕੇ ਪੀਂਘਾਂ ਤੇ ਨਾਲ ਗੁਲਗੁਲੇ ਪਕਾਉਣੇ, ਮਿੱਠੇ ਗੁਲਗੁਲੇ। ਮੈਂ ਕਿਹਾ ਮੈਨੂੰ ਇਹ ਧਰਤੀ ਨਾਲ ਪਿਆਰ ਹੀ ਇੰਨਾ, ਮੇਰੀ ਪੈਦਾਇਸ਼ ਇੱਥੇ ਦੀ ਹੈ, ਮੇਰੀ ਚਿੰਤੀ ਇੱਥੇ ਦੀ ਹੈ। ਮੈਂ ਤਾਂ ਮਾਤਾ ਚਿੰਤੀ। ਕਿਉਂ ਮਾਤਾ ਚਿੰਤੀ ਕੌਣ ਸੀ? ਮਾਤਾ ਚਿੰਤੀ ਮੈਨੂੰ ਰੱਖਿਆ ਸੀ ਨਾਂ, ਨਛੱਤਰ ਮੇਰਾ। ਨਛੱਤਰ ਤੁਹਾਡਾ ਨਾਂ? ਉਹਨੇ ਨਾਂ ਰੱਖਿਆ ਸੀ ਨਛੱਤਰ। ਅੱਛਾ, ਕਰਦਿਆਂ ਤੇ ਮੇਰੇ ਨਾਂ ਫਜ਼ਲ ਮੁਹੰਮਦ ਰੱਖਿਆ ਨਾ, ਉਹਦਾ ਮੈਂ ਉਹਨੇ ਮੇਰਾ ਨਾਂ ਨਛੱਤਰ ਰੱਖਿਆ ਸੀ। ਉਹਨੇ ਕਿਹਾ ਮੈਂ ਨਛੱਤਰ ਨੂੰ ਲੈ ਕੇ ਜਾਣਾ, ਉਹ ਆਪਣੇ ਪਿੰਡ ਲਈ ਨਜ਼ਦੀਕ ਹੀ ਪੜਾਇਆ। ਅੱਛਾ, ਆਪਣੇ ਘਰ ਲੈ ਜਾਣਾ, ਖਾਣਾ ਪੀਣਾ ਨਲਾਉਣਾ ਧਲਾਉਣਾ ਸਾਰਾ ਕੁਝ ਉਹਨਾਂ ਕੁ ਮੇਰੇ ਘਰ ਦੇ ਨਹੀਂ ਸੀ ਕਰਦੇ ਜਿੰਨਾ ਉਹ ਕਰਦੀ ਸੀ। ਮੈਂ ਕਿਹਾ ਤੂੰ ਮੇਰੇ ਪਿੱਛੇ ਪਿੱਛੇ ਤੁਰਿਆ, ਜੇ ਤਾਂ ਮੈਂ ਘਰ ਭੁੱਲ ਗਿਆ ਮੈਨੂੰ ਆਵਾਜ਼ ਦੇ ਦੇ, ਜੇ ਨਾ ਮੈਂ ਭੁੱਲਾਂ ਫਿਰ ਚੁੱਪ ਕਰ ਦੇ। ਕਰੀ ਹੋਗੀ ਇਹ ਭਗਵਾਨ, ਯਾਨੀ ਮੇਰੀ ਜ਼ਿੰਦਗੀ ਬੇਸ਼ੱਕ ਤੂੰ ਲੈ ਲਾ, ਮੇਰਾ ਪੁੱਤਰ ਮੈਨੂੰ ਨਛੱਤਰ ਮਿਲ ਗਿਆ। ਮੇਰੀ ਬੜੀ ਖੁਆਇਸ਼ ਸੀ, ਉਹਨੇ ਮੇਰੇ ਜਿਸਮ ਦਾ ਕੋਈ ਹਿੱਸਾ ਨਹੀਂ ਛੱਡਿਆ ਜਦੋਂ ਚੁੰਮਿਆ ਨਾ। ਪੰਜਾਬੀ ਲਹਿਰ ਵੇਖ ਰਹੇ ਸਾਰਿਆਂ ਹੀ ਸਰੋਤਿਆਂ ਨੂੰ ਬਹੁਤ ਸਾਰਾ ਸਲਾਮ ਤੇ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਤੁਹਾਡਾ ਵੀਰ ਭੁਪਿੰਦਰ ਸਿੰਘ ਲਵਲੀ, ਔਰ ਜਿਸ ਤਰ੍ਹਾਂ ਆਪ ਸਭ ਜਾਣਦੇ ਹੋ ਕਿ ਪੰਜਾਬੀ ਲਹਿਰ ਹਮੇਸ਼ਾ ਹੀ ਵੱਖ-ਵੱਖ ਥਾਵਾਂ ਤੇ ਜਾ ਕੇ ਪੰਜਾਬ ਦੇ ਉਹਨਾਂ ਲੋਕਾਂ ਨੂੰ ਆਪ ਜੀ ਦੇ ਰੂਬਰੂ ਕਰਦੀ ਹੈ ਜਿਨ੍ਹਾਂ ਨੇ ਅਣਵੰਡਿਆ ਪੰਜਾਬ ਵੇਖਿਆ। ਨਾ ਸਿਰਫ ਅਣਵੰਡਿਆ ਪੰਜਾਬ, ਬਲਕਿ ਇਹ ਉਹ ਆਈ ਵਿਟਨੈਸ ਹੁੰਦੇ ਨੇ ਜਿਨ੍ਹਾਂ ਨੇ ਉਜਾੜਿਆਂ ਵੇਲੇ ਹੋਣ ਵਾਲੇ ਦੰਗੇ ਫਸਾਦਾਤ ਵੀ ਵੇਖੇ। ਇਹ 73 ਵਰ੍ਹਿਆਂ ਬਾਅਦ ਵੀ ਇਹ ਲੋਕ ਅੱਜ ਵੀ ਆਪਣੀਆਂ ਪਿੰਡਾਂ ਨੂੰ ਤਰਸਦੇ ਰਹਿੰਦੇ ਨੇ। ਇਹਨਾਂ ਨੂੰ ਨਾ ਹੀ ਰਾਹ ਦਾ ਪਤਾ ਹੁੰਦਾ ਹੈ, ਨਾ ਹੀ ਉਹਨਾਂ ਪਿੰਡਾਂ ਦਾ। ਸੋ ਆਪਾਂ ਕੋਸ਼ਿਸ਼ ਕਰੀਦੀ ਹੈ ਕਿ ਦੋਵਾਂ ਪਾਸੇ ਇਹਨਾਂ ਲੋਕਾਂ ਦੀ ਆਵਾਜ਼ ਜਿਹੜੀ ਹੈ ਉਹ ਰੈਲੀਵੈਂਟ ਅਥਾਰਟੀਜ਼ ਤੱਕ ਪਹੁੰਚਾਈ ਜਾਵੇ। ਅਸੀਂ ਮੌਜੂਦ ਹਾਂ ਫੈਸਲਾਬਾਦ ਸ਼ਹਿਰ ਦੇ ਵਿੱਚ। ਸੋ ਆਓ ਸਾਡੇ ਨਾਲ ਮੌਜੂਦ ਨੇ ਇੱਕ ਬਜ਼ੁਰਗ, ਉਸ ਵੇਲੇ ਦੇ ਆਈ ਵਿਟਨੈਸ। ਸੋ ਗੱਲਬਾਤ ਦੀ ਸਾਂਝ ਵਧਾਈਏ। ਬਜ਼ੁਰਗੋ ਕੀ ਹਾਲ ਚਾਲ ਨੇ? ਠੀਕ ਹੋ? ਠੀਕ ਹੈ ਮਾਸ਼ਾਅੱਲਾ। ਤਬੀਅਤ ਸੇ ਠੀਕ ਹੈ ਤੁਹਾਡੀ? ਠੀਕ ਹੈ। ਅੱਛਾ ਬਜ਼ੁਰਗੋ, ਨਾਂ ਕੀ ਤੁਹਾਡਾ? ਫਜ਼ਲ ਮੁਹੰਮਦ। ਫਜ਼ਲ ਮੁਹੰਮਦ। ਤੁਹਾਡੇ ਵਾਲਿਦ ਸਾਹਿਬ ਦਾ ਕੀ ਨਾਮ? ਖੁਸ਼ੀ ਮੁਹੰਮਦ। ਖੁਸ਼ੀ ਮੁਹੰਮਦ। ਦਾਦਾ ਜੀ ਦਾ ਨਾਮ ਯਾਦ ਹੈ? ਜੀਵਨ। ਜੀਵਨ। ਅੱਛਾ ਅੱਛਾ, ਇਸ ਵੇਲੇ ਆਪਾਂ ਜਿੱਥੇ ਬੈਠੇ ਆ, ਇਸ ਥਾਂ ਦਾ ਕੀ ਨਾਮ ਜਗ੍ਹਾ ਦਾ? ਇਹ 17 ਸਪਨਾ ਸਿਟੀ। 17 ਸਪਨਾ ਸਿਟੀ ਫੈਸਲਾਬਾਦ। ਫੈਸਲਾਬਾਦ ਜਿਹਦਾ ਪੁਰਾਣਾ ਨਾਮ ਲਾਇਲਪੁਰ ਵੀ ਹੈ। ਇਹਦਾ ਨਾਮ ਪੁਰਾਣਾ ਲਾਇਲਪੁਰ ਹੈ। ਇਸ ਤੋਂ ਪਹਿਲੇ ਅਸੀਂ ਚੂੜ ਮਾਜਰੇ। ਚੂੜ ਮਾਜਰੇ ਉੱਥੇ ਸੀ ਜਦੋਂ ਪਾਕਿਸਤਾਨ ਚ ਆਏ ਹਨ ਨਾ। ਅੱਛਾ, ਉੱਥੇ ਸਾਨੂੰ ਜ਼ਮੀਨ ਅਲਾਟ ਹੋਈ,
ਹਾਂ 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 ਉੱਥੇ ਸੈਟਲ ਹੈ 50 ਸਾਲ। ਉਸ ਤੋਂ ਬਾਅਦ ਇੱਕ ਕਲੋਨੀ ਬਣੀ। ਅੱਛਾ ਇਸ ਕਲੋਨੀ ਦੇ ਵਿੱਚ ਅਸੀਂ 3 ਘਰ ਲਏ ਇਸ ਤਰ੍ਹਾਂ ਹੀ। ਅੱਛਾ ਕਨਾਲ ਦਾ ਇਹ ਹੈ, ਹੂੰ ਕਨਾਲ ਦੇ 2 ਕਨਾਲ ਦੇ ਉਧਰ ਹੈ। ਠੀਕ। ਇਹ ਚੂੜ ਮਾਜਰਾ ਕਿੱਥੇ ਕਰਕੇ ਹੈਗਾ? ਚੂੜ ਮਾਜਰਾ ਸਿੱਧੂਪੁਰਾ ਨਾ ਇਸ ਤੋਂ ਅਗਲੇ ਪਾਸੇ। ਇਹ ਚੱਕ ਕਿਹੜਾ ਪੈਂਦਾ ਇਹਨੂੰ? ਇਹਨੂੰ 124 124 ਜੀਂਬੇ ਝੰਗ ਬ੍ਰਾਂਚ। ਚੰਗ ਬ੍ਰਾਂਚ। ਉਹਦੇ ਲਾਗੇ ਲਾਗੇ ਕਿਹੜੇ ਕਿਹੜੇ ਪਿੰਡ ਹੈ? ਸਿੱਧੂਪੁਰਾ ਸਿੱਧੂਪੁਰਾ। 123 ਹਾਂ 117 ਹਾਂ। 118 ਅੱਛਾ ਬਜ਼ੁਰਗੋ, ਤੁਸੀਂ ਦੱਸ ਵੀ ਦਿੱਤਾ ਆਪਣੇ ਗੱਲਾਂ ਦੇ ਵਿੱਚ ਕਿ ਤੁਸੀਂ ਉਧਰੋਂ ਆਏ ਹੋ। ਉਧਰੋਂ ਆਏ। ਉਧਰ ਤੁਹਾਡਾ ਕਿਹੜਾ ਪਿੰਡ ਸੀਗਾ? ਉਧਰ ਸਾਡਾ ਪਿੰਡ ਸੀ ਕੋਟਲੀ ਆਪਣੇ ਰਾਏ ਸਾਹਿਬਾਂ। ਕੋਟਲੀ ਰਾਏ ਸਾਹਿਬ। ਜ਼ਿਲ੍ਹਾ ਕਿਹੜਾ ਪੈਂਦਾ ਸੀ? ਜ਼ਿਲ੍ਹਾ ਲੁਧਿਆਣਾ, ਲੁਧਿਆਣਾ, ਤਹਿਸੀਲ ਜਗਰਾਵਾਂ। ਜਗਰਾਵਾਂ। ਅੱਛਾ, ਕੋਟਲੀ ਰਾਏ ਸਾਹਿਬਾਂ, ਇਹਦੇ ਲਾਗੇ ਲਾਗੇ ਪਿੰਡਾਂ ਦੇ ਨਾਂ ਚੇਤੇ? ਹਾਂ, ਤੁਹਾਡੀ ਕਮਿਊਨਿਟੀ ਦੀ ਪ੍ਰੈਣ। ਪ੍ਰੈਣ। ਅੱਛਾ। ਨਾਲ ਸੀ ਰਾਣਕੇ। ਅੱਛਾ। ਪੱਠਾ ਧੂਆ। ਅੱਛਾ। ਵਲੀਪੁਰਾ ਹੋ ਗਿਆ। 2 ਵਲੀਪੁਰਾ, ਇੱਕ ਬੜਾ ਵਲੀਪੁਰਾ, ਇੱਕ ਛੋਟਾ ਵਲੀਪੁਰਾ। ਆਲੀਵਾਲ। ਹਾਂ। ਤੇ ਪੂੰਦੜੀ। ਹਾਂ। ਸਹੀ ਹੋ ਗਿਆ। ਤੇ ਇਸ ਵੇਲੇ ਤੁਹਾਡੀ ਉਮਰ ਕਿੰਨੀ ਕੁ ਹੈਗੀ ਹੈ? ਇਸ ਵੇਲੇ ਮੇਰੀ ਉਮਰ 84 ਸਾਲ ਹੈ। 84 ਸਾਲ। ਮਤਲਬ ਜਦੋਂ ਵੰਡ ਹੋਈ ਹੈ 11-12 ਸਾਲਾਂ ਦੇ ਸੀਗੇ? 14 ਸਾਲ ਦਾ। 14 ਸਾਲ ਦੇ ਸੀ। ਠੀਕ ਹੋ ਗਿਆ। ਯਾਨੀ ਪੜ੍ਹਨਾ ਇੱਧਰ ਆ ਕੇ ਸ਼ੁਰੂ ਕੀਤਾ। ਮੇਰਾ ਨਾਂ ਹੀ ਚੌਥੀ ਜਮਾਤ ਦਾਖਲ ਹੋਇਆ। ਅੱਛਾ। 2 ਮਹੀਨੇ ਆ ਕੇ ਇਹਨੂੰ ਅੱਗੇ ਲੰਘਾਓ। ਅੱਛਾ। ਚੌਥੀ ਚ ਮੇਰਾ ਨਾਂ ਦਾਖਲ। ਕੋਈ ਪੜ੍ਹਾਈ ਦਾ ਐਡਾ ਸ਼ੌਕ ਨਹੀਂ ਸੀ। ਅੱਛਾ। ਸਾਡਾ ਪਿੰਡ ਜਿਹੜਾ ਸੀ ਬਹੁਤ ਬੈਕਵਰਡ ਸੀ। ਅੱਛਾ, ਬੈਕਵਰਡ। ਬਹੁਤ ਜ਼ਿਆਦਾ ਸੀ। ਉੱਥੇ ਪਿੰਡ ਸਕੂਲ ਹੀ ਕੋਈ ਨਹੀਂ ਸੀ। ਤੇ ਮੈਨੂੰ ਮੇਰੇ ਵਾਲਿਦ ਨੂੰ ਬੜਾ ਸ਼ੌਕ ਸੀ ਪੜ੍ਹਨ ਦਾ। ਦੂਸਰੇ ਸਾਥੀ ਜਿਹੜੇ ਸਾਡੇ ਉਹਨਾਂ ਨੂੰ ਪੜ੍ਹਾਈ ਵੱਲ ਦਾ ਕੋਈ ਨਹੀਂ, ਲੜਾਈਆਂ ਦਾ ਪਤਾ ਸੀ, ਲੜਨਾ ਬਹੁਤ ਜਾਣਦੇ ਸੀ। ਅੱਛਾ। ਅਸੀਂ ਵੀ, ਲੇਕਿਨ ਉਹਨਾਂ ਦੇ ਵਿੱਚ ਮੈਂ ਪੈਦਾ ਹੋਇਆ। ਫਿਰ ਮੈਂ ਤਾਲੀਮ ਗ੍ਰੈਜੂਏਟ ਹੋ। ਅੱਛਾ, ਜਿਹੜਾ ਤੁਹਾਡਾ ਉੱਥੇ ਕੋਟਲੀ ਰਾਏ ਸਾਹਿਬਾਂ ਸੀ, ਕਿਉਂਕਿ ਤੁਹਾਡੀ ਹੁਣ 14 ਸਾਲ ਉਮਰ ਦੇ ਬੱਚੇ ਨੂੰ ਪਤਾ ਹੁੰਦਾ? ਬਿਲਕੁਲ ਪਤਾ ਹੁੰਦਾ। ਤੇ ਤੁਹਾਡੇ ਪਿੰਡ ਦੇ ਵਿੱਚ ਜਿਹੜਾ ਨੰਬਰਦਾਰ ਸੀ ਉਹ ਕੌਣ ਸੀਗਾ? ਝੰਡਾ। ਅੱਛਾ। ਤੇ ਨਾਮੀ ਉਹਨਾਂ ਦਾ ਜਿਹੜਾ ਪ੍ਰਧਾਨ ਸੀ ਨਾ, ਉਹਦਾ ਨਾਮ ਸੀ ਕਰਮ ਸਿੰਘ। ਹਾਂ। ਉਸ ਤੋਂ ਬਾਅਦ ਉਹਦਾ ਬੇਟਾ ਗੱਜਣ ਸਿੰਘ, ਜਿਹੜਾ ਮੈਨੂੰ ਪਤਾ ਲੱਗਾ ਕਿ ਉਹ ਵੀ ਫੌਤ ਹੋ ਗਿਆ। ਗੱਜਣ ਸਿੰਘ ਉਹਦਾ ਮੁੰਡਾ। ਸਾਡਾ ਨਾਲ ਤਾਲੁਕਾਤ ਇੰਨਾ ਸੀ ਜ਼ਿਮੀਂਦਾਰਾਂ ਦਾ। ਸਾਡੇ ਖੂਹ ਦੀ ਵਾਹੀ ਸੀ। ਤੁਹਾਨੂੰ ਪਤਾ, ਟਿੰਡਾਂ ਜਿਹੜੀਆਂ ਛੋਟੀਆਂ ਹੁੰਦੀਆਂ ਸੀ, ਥੋੜਾ ਪਾਣੀ ਆਉਣਾ ਸਾਰੀ ਦਿਹਾੜੀ ਚ ਕਰੇ ਕਿੱਲਾ ਨਹੀਂ ਸੀ ਹੁੰਦਾ। ਉਹ ਸਾਡੇ ਹਰਨਾਮ ਸਿੰਘ, ਮੋਹਨ। ਅੱਛਾ। ਇਹਨਾਂ ਨਾਲ ਤਾਲੁਕਾ ਸੀ। ਉਹਨਾਂ ਦੇ ਕੋਲੇ ਸੀ ਊਂਟਣੀ, ਜਿਹਨੂੰ ਬੋਤੀ ਕਹਿੰਦੇ ਆ। ਉਹਨਾਂ ਨੇ ਉਹ ਸਾਨੂੰ ਦੇ ਦੇਣੀ। ਅੱਛਾ। ਵੀ ਤੁਸੀਂ ਆਪਣੇ ਖੇਤਾਂ ਨੂੰ ਪਾਣੀ ਦੇ ਲਓ। ਤਾਲੁਕਾਤ ਇਹੋ ਜਿਹਾ ਸੀ। ਤੁਸੀਂ ਕਿਹਦਾ ਨਾਂ ਲਿਆ? ਹਰਨਾਮ ਸਿੰਘ। ਹਾਂ। ਤੇ ਮੋਹਨ। ਅੱਛਾ। ਮੋਦਨ। 3 ਭਾਈ ਸੀ। ਅੱਛਾ। ਹੁਣ ਉਹਨਾਂ ਦਾ ਅੱਗੇ ਦਮਾਦ ਸੀ, ਉਹਦਾ ਭਾਗ ਸਿੰਘ। ਠੀਕ ਹੋ ਗਿਆ। ਇਹ ਤੁਸੀਂ ਇਹ ਤੁਹਾਡੇ ਪਿੰਡ ਹੀ ਰਹਿੰਦੇ ਸੀ? ਕੌਣ? ਕੋਟਲੀ ਰਾਏ ਸਾਹਿਬਾਂ ਚ ਰਹਿੰਦੇ ਸੀ ਸਿੱਖ ਜਾਂ ਨਹੀਂ? ਨਾਲ ਦਾ ਪਿੰਡ ਪ੍ਰੈਣ ਸੀ। ਪ੍ਰੈਣ ਦੇ ਵਿੱਚ ਰਹਿੰਦੇ ਸੀ। ਕੋਟਲੀ ਕੋਈ ਸਿੱਖ ਨਹੀਂ ਸੀ। ਸਹੀ। ਕੋਟਲੀ ਦੇ ਵਿੱਚ ਕੋਈ ਬਿਲਕੁਲ ਨਜ਼ਦੀਕ ਹੀ ਸਾਡੇ ਪਿੰਡ ਸੀ। ਪ੍ਰੈਣ ਬਹੁਤ ਜ਼ਿਆਦਾ ਸਾਰੇ ਤਾਲੁਕਾਤ ਹੀ ਉਹਨਾਂ ਨਾਲ। ਦੂਸਰਾ ਇਹ ਪ੍ਰੈਣ ਦੇ ਇਰਦ ਗਿਰਦ ਸਾਰੇ ਮੁਸਲਮਾਨਾਂ ਦੇ ਪਿੰਡ ਸੀ। ਅੱਛਾ। ਲੇਕਿਨ ਸਾਡੇ ਨਾਲ ਉਹਨਾਂ ਤਾਲੁਕ ਇਹੋ ਜਿਹੀ ਸੀ ਕਿ ਮਜ਼ਹਬੀ ਤੌਰ ਤੇ ਕਦੇ ਇਖਤਲਾਫ ਨਹੀਂ ਸੀ ਹੋਇਆ। ਅੱਛਾ। ਉਹਨਾਂ ਦੇ ਕੋਈ ਤਿਉਹਾਰ ਆਇਆ, ਲੋਹੜੀ ਆਈ, ਅਸੀਂ ਨਾਲ ਇੰਜੋਏ ਕਰਦੇ ਸੀ। ਹਾਂ, ਮਨਾਉਂਦੇ ਸੀ। ਖਾਸ ਕਰਕੇ ਜਦੋਂ ਸੌਣ ਦੇ ਵਿੱਚ ਬਣਾਉਣ ਤੀਆਂ ਕਹਿੰਦੇ ਸੀ। ਤੀਆਂ ਇਹ ਸੀ ਕਿ ਔਰਤਾਂ ਆਪਣੇ ਘਰੋਂ ਬਣ ਸਣ ਕੇ ਪੀਂਘਾਂ ਤੇ ਨਾਲ ਗੁਲਗੁਲੇ ਪਕਾਉਣੇ। ਮਿੱਠੇ ਗੁਲਗੁਲੇ। ਬੜੇ ਅੱਛਾ। ਅਸੀਂ ਛੋਟੇ ਸੀ, ਸਾਨੂੰ ਇਜਾਜ਼ਤ ਸੀ ਵੀ ਤੂੰ ਚਲੇ ਜਾਓ ਉੱਥੇ। ਵੱਡਿਆਂ ਨੂੰ ਸਰਦਾਰ ਨਹੀਂ ਸੀ ਜਾਣ ਦਿੰਦੇ। ਸਾਡੇ ਵੱਡੇ ਵੀ ਮਨਾ ਕਰਦੇ ਸੀ, ਨਾ ਵੀ ਔਰਤਾਂ ਦੀ ਉੱਥੇ ਨਹੀਂ ਤੁਸੀਂ ਜਾਣਾ, ਮਨਾ ਕਰ ਦਿੰਦੇ ਸੀ। ਉਹ ਤੀਆਂ ਦੇ ਵਿੱਚ ਅਸੀਂ ਵੀ ਨਾਲ, ਉਹਨਾਂ ਨੇ ਔਰਤਾਂ ਨੇ ਨਾਲ ਚੱਕ ਕੇ, ਚੁੱਕ ਛੋਟੇ ਸੀ ਨਾ, ਪੀਂਘ ਦੇ ਤੇ ਨਾਲ ਲਾ ਲੈਣਾ ਚੜਾਈ ਵੀ ਕੋਈ ਇਹ ਮੇਰਾ ਵੀਰ ਹੈ ਆ ਫਲਾਣਾ ਇਸ ਤਰ੍ਹਾਂ। ਤੇ ਉਹ ਚਿੰਤੀ ਨੇ ਫਿਰ ਪੈਗਾਮ ਭੇਜਣਾ ਵੀ ਸਾਡੀਆਂ ਫਲਾਨੀਆਂ ਨੇ ਉਹਨੇ ਜਾਣਾ ਤੇ ਉਹਨਾਂ ਦਾ ਤੁਸੀਂ, ਉਹਨਾਂ ਨੇ ਆ ਕੇ ਆਪ ਮਿਲਣਾ ਵੀ ਆਓ ਪੀਂਘਾਂ ਝੂਟ ਕੇ ਤੇ ਨਾਲੇ ਗੁਲਗੁਲੇ ਮਿੱਠੇ ਖਾਈਏ। ਬਹੁਤ ਇੰਜੋਏ ਕਰਦੇ ਸਨ। ਇਹੋ ਹੀ ਇੱਕ ਗੱਲ ਹੈ ਕਿ ਇੱਕ ਖਾਹਿਸ਼, ਯਾਨੀ ਜਿਹਨੂੰ ਜਨਮ ਭੋਗ ਕਹਿੰਦੇ ਨਾ, ਉਹਨੂੰ ਦੇਖਣ ਦਾ ਬੜੀ ਖਾਹਿਸ਼ ਆ। ਇੱਕ ਦਫਾ ਮੈਂ ਅੱਗੇ ਜਾ ਚੁੱਕੇ ਹਾਂ। ਅੱਛਾ।
ਲੇਕਿਨ ਸਾਡੇ ਪਿੰਡ ਦੇ ਵਿੱਚ ਉੱਥੇ ਸਿਰਫ 5-4 ਘਰ ਰਹਿ ਗਏ, ਬਾਕੀ ਸਭ ਮਸਮਾਰ ਕਰਤੇ ਨੇ, ਅੱਛਾ ਤਾਂ ਲੈ ਗਏ ਸਨ। ਅੱਛਾ ਹਾਂ। ਅੱਛਾ 47 ਦੀ ਜੀ ਆਪਾਂ 47 ਤੋਂ ਪਹਿਲੇ ਤੁਸੀਂ ਦੱਸਿਆ ਕਿ ਬੜਾ ਅੱਛਾ ਸਲੂਕ ਸੀ, ਕਦੀ 47 ਤੋਂ ਪਹਿਲੇ ਹਾਂ ਜ਼ੇਨ ਦੇ ਵਿੱਚ ਜਾਂ ਕਿਸੇ ਨੇ ਤੁਹਾਡੇ ਤੇ ਜ਼ਾਹਰ ਹੈ ਤੁਹਾਡੇ ਲਾਗੇ ਸਿੱਖਾਂ ਦੇ ਪਿੰਡ ਵੀ ਸੀ, ਕੋਈ ਇਸ ਚੀਜ਼ ਦਾ ਪਤਾ ਸੀ ਕਿ ਪਾਕਿਸਤਾਨ ਬਣਨਾ ਵਾ? ਨਹੀਂ, ਉਹ ਜਦੋਂ ਤਕਰੀਬਨ ਸ਼ਾਮ ਪੈਂਦੀ ਸੀ ਨਾ, ਜ਼ਿਮੀਂਦਾਰ ਘਰਾਂ ਨੂੰ ਆ ਜਾਂਦੇ ਸਨ, ਉਦੋਂ ਆਪਣਾ ਹੁੱਕਾ ਪਾਣੀ ਕਰਨ ਲਈ ਨਾ ਇਕੱਠੇ ਬਹਿ ਜਾਂਦੇ ਸੀ ਸਾਰੇ। ਉਹ ਫਿਰ ਗੱਲਾਂ ਕਰਦੇ ਸੀ, ਅੱਜ ਫਲਾਨਾ ਬੰਦਾ ਆਇਆ ਲੁਧਿਆਣਿਓਂ, ਉਹਨੇ ਕਿਹਾ ਕਿ ਪਾਕਿਸਤਾਨ ਬਣ ਜਾਣਾ। ਇਹ ਹਿੰਦੂ ਸਿੱਖ ਇਹਨਾਂ ਦਾ ਲਹਿਦਾ ਹੋਇਆ ਨਾ, ਤੁਹਾਡਾ ਲਹਿਦਾ। ਲੇਕਿਨ ਉਸ ਵੇਲੇ ਇਹ ਸੋਚ ਨਹੀਂ ਸੀ ਕਿ ਐਸਾ ਹੋ ਸਕਦਾ ਕਿ ਅਸੀਂ ਇਹ ਘਰ ਛੱਡ ਦਿਆਂਗੇ। ਇਹ ਛੱਡ ਦੇਗੇ ਘਰ, ਤੋਬਾ ਕਰੋ। ਇਸ ਜਦੋਂ 47 ਚ ਐਲਾਨ ਹੋਇਆ, ਉਦੋਂ ਸਾਨੂੰ ਵੱਡੇ ਲੋਕ ਸਾਡੇ ਉਹ ਇਸ ਗੱਲ ਤੇ ਆਮਾਦਾ ਕਰਦੇ ਸੀ ਕਿ ਪਾਕਿਸਤਾਨ ਬਣਨਾ, ਪਾਕ ਧਰਤੀ ਹੋਏਗੀ ਸਾਰੀ। ਔਰ ਸਭ ਤੋਂ ਵੱਡੀ ਸਹੂਲਤ ਇਹ ਹੈ ਕਿ ਜਿੱਥੇ ਤੁਹਾਡੀ ਮਰਜ਼ੀ ਹੈ ਨਮਾਜ਼ ਪੜ੍ਹਿਓ, ਬਿਲਕੁਲ ਇੱਕ ਜਜ਼ਬਾ, ਤੁਸੀਂ ਜਿੱਥੇ ਮਰਜ਼ੀ ਕੁਰਬਾਨੀ ਕਰੀਏ, ਤੁਹਾਨੂੰ ਕੋਈ ਉਹ ਨਹੀਂ ਬਖਸ਼ੇਗਾ। ਔਰ ਉਹ ਐਸੇ ਲੋਕ ਹੋਣਗੇ ਸਾਰੇ ਕਿ ਝੂਠ ਕੋਈ ਨਹੀਂ ਬੋਲੇਗਾ ਇਸ ਸਰਜ਼ਮੀਨ ਤੇ, ਪਾਕਿਸਤਾਨ ਝੂਠ ਕੋਈ ਨਹੀਂ ਬੋਲੇਗਾ ਜਿਹੜਾ ਅਸੀਂ ਹੁਣ ਲੱਗਦਾ ਹੀ ਝੂਠ ਦੇ ਮਗਰ ਲੱਗ ਕੁਝ ਨਹੀਂ। ਸਹੀ। ਅੱਛਾ 47 ਤੋਂ ਪਹਿਲੇ ਕਦੀ ਇਸ ਚੀਜ਼ ਦਾ ਵਿਤਕਰਾ ਤੇ ਨਹੀਂ ਸੀਗਾ ਕਿ ਇਹ ਹਿੰਦੂ ਆ ਜਾਂ ਸਿੱਖ ਆ ਜਾਂ ਮੁਸਲਮਾਨ ਆ, ਆਪਸ ਦੇ ਵਿੱਚ ਕੋਈ? ਬਿਲਕੁਲ ਕੋਈ ਤਮੀਜ਼ ਨਹੀਂ ਸੀ, ਬਿਲਕੁਲ ਕੋਈ ਤਮੀਜ਼ ਨਹੀਂ। ਇਹ ਖੱਤਰੀ ਹੈ, ਇਹ ਸਿੱਖ ਹੈ, ਇਹ ਜ਼ਰੂਰ ਪਤਾ ਸੀ ਕਿ ਇਹ ਹਿੰਦੂ ਆ, ਇਹ ਸਿੱਖ ਆ, ਇਹ ਮੁਸਲਮਾਨ। ਲੇਕਿਨ ਉਹਨੂੰ ਇੰਨਾ ਮਿਲ ਮਿਲਾ ਕੇ ਇੰਜੋਏ ਕਰਦੇ ਸੀ। ਮਿਲਦੇ ਸ਼ਾਦੀਆਂ ਵਿਆਹਾਂ ਤੇ ਅਸੀਂ ਵੀ ਜਾਂਦੇ ਸੀ, ਉਹ ਵੀ ਆਉਂਦੇ ਸੀ। ਜਿਸ ਅਸੀਂ ਇੱਥੇ ਖਰਾਬ ਕਰਦੇ ਹਾਂ, ਅਸੀਂ ਉਹਨੂੰ ਨਿਆਜ਼ ਕਹਿੰਦੇ ਹਾਂ, ਉਹ ਕਹਿੰਦੇ ਸੀ ਜੱਗ ਕਰਨਾ, ਜੱਗ ਕਰਨਾ, ਜੱਗ ਕਰਨਾ। ਉਹ ਜੱਗ ਕਰਨਾ ਤਾਂ ਅਸੀਂ ਜੱਗ ਖਾਣ ਜਾਈਦਾ ਸੀ, ਚੌਲ ਖਾਣ ਵਾਸਤੇ। ਅੱਛਾ, ਉੱਥੇ ਜਾਈਦਾ ਸੀ। ਜਦੋਂ ਲੋਹੜੀ ਆਉਂਦੀ ਸੀ, ਉਹ ਗੁੜ ਵੰਡਦੇ ਸੀ। ਰਾਤ ਨੂੰ ਗੁੜ ਵੰਡਣਾ ਉਹਨਾਂ ਨੇ, ਤੇ ਗੀਤ ਗਾਉਣੇ, ਬੱਤੇ ਨਾ ਖੜਕਾ ਸਾਨੂੰ ਨਾ ਡਰਾ, ਤੇਰੀ ਜੀਵੇ ਜੋੜੀ, ਤੇ ਇਹੋ ਜਿਹੇ ਨਾ ਅਲਫਾਜ਼। ਤੇ ਉਹਨਾਂ ਨੇ ਚਾਰਪਾਈ ਦੇ ਉੱਤੇ ਗੁੜ ਰੱਖਿਆ, ਲੈ ਵੀ ਤੂੰ ਇੱਧਰੋਂ ਲਾਏ ਨਾ ਉਹ ਪਰਾਂ ਹੋ ਜਾਵੇ। ਉਹਨੇ ਇੱਧਰੋਂ ਗੁੜ ਲੈਣਾ, ਮੈਂ ਫਿਰ ਦੀ ਚੱਕਰ ਮਾਰ ਕੇ ਫੇਰ ਉੱਤੇ ਚੱਲ ਜਾਣਾ। ਫਿਰ ਉਹ ਰਾਤ ਨੂੰ ਗੁੜ ਇਹਨਾਂ ਸਾਰਾ ਇਕੱਠਾ ਕਰਕੇ ਲਿਆਉਣਾ। ਗੁੜ ਇੰਤਹਾਈ ਅੱਛੀ ਚੀਜ਼ ਸਮਝੀ ਜਾਂਦੀ ਹੈ। ਹਾਂਜੀ, ਇੱਕ ਮਿਠਾਈ ਨਾਲੋਂ ਜ਼ਿਆਦਾ ਬਿਹਤਰ ਸਮਝਦੇ ਸੀ ਗੁੜ। ਉਹ ਫਿਰ ਕਈ ਦਿਨ ਉਹ ਖਾਂਦੇ ਰਹਿਣਾ। ਹੈ ਕਿ ਤੂੰ ਕਿੰਨਾ ਲਿਆਇਆ ਜੀ? ਮੈਂ ਕਹਿੰਦੇ ਸੀ ਮੈਂ ਕਰਮ ਸਿੰਘ ਦੇ ਘਰ ਚਲੇ ਗਿਆ ਸੀ, ਉੱਥੇ ਸੀ, ਫਲਾਣੇ ਦੇ ਚਲੇ ਗਿਆ ਸੀ। ਫਿਰ ਮੈਂ 79 ਚ ਦੁਬਾਰਾ ਮੈਂ ਗਿਆ। ਮੈਂ ਲੁਧਿਆਣਿਓਂ ਚੌੜੇ ਬਾਜ਼ਾਰ ਚ, ਜਾਂ ਉਹਨੂੰ ਚੌੜਾ ਬਾਜ਼ਾਰ ਵੀ ਕਹਿੰਦੇ ਸੀ, ਕਤਵਾਲੀ ਰੋਡ ਵੀ ਕਹਿੰਦੇ ਸੀ, ਉੱਥੇ ਸਰਦਾਰ ਹੋਟਲ ਸੀ, ਉਹਦੇ ਚ ਮੈਂ ਠਹਿਰਿਆ। ਸਵੇਰ ਨੂੰ ਮੈਂ ਟੈਕਸੀ ਲਈ, ਉਹ ਪੁਲਿਸ ਵਾਲਾ ਮੇਰੇ ਨਾਲ ਸੀ। ਮੈਂ ਕਿਹਾ ਯਾਰ ਮੈਂ ਫਲਾਨੀ ਜਾ, ਮੇਰੇ ਜ਼ਿਹਨ ਚ ਇਹ ਸੀ ਕਿ ਸਾਡੇ ਪਿੰਡ ਨੂੰ ਤਾਂ ਰਸਤਾ ਹੀ ਕੋਈ ਨਹੀਂ, ਸਾਈਕਲ ਤੇ ਸਰਦਾਰ ਜੀ ਨਹੀਂ ਜਾ ਸਕਦਾ ਸੀ ਬੰਦਾ। ਸਾਈਕਲ ਹੱਥ 'ਚ ਫੜ ਕੇ ਜੇ ਕਿਸੇ ਕੋਲੇ, ਪੁਲਿਸ ਵਾਲੇ ਕੋਲੇ, ਕਿਸੇ ਡਾਕੀਏ ਕੋਲੇ, ਉਹ ਸਾਈਕਲ ਹੱਥ 'ਚ ਫੜ ਕੇ ਨਾ ਜਾਂਦਾ ਸੀ, ਰਸਤਾ ਕੋਈ ਨਹੀਂ, ਰਸਤਾ ਨਹੀਂ ਹੈ। ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਯਾਰ ਮੈਂ ਤਾਂ ਉਹ ਦੇਖਣੀ ਜਗ੍ਹਾ, ਤੇ ਫਿਰ ਬੜਾ ਮੁਸ਼ਕਿਲ ਹੈ। ਉਹਨੇ ਕਿਹਾ ਮਹਾਰਾਜ ਘਬਰਾਓ ਨਾ ਇਸ ਗੱਲ ਤੋਂ, ਤੁਹਾਨੂੰ 15 ਮਿੰਟ ਦੇ ਵਿੱਚ ਕੋਟਲੀ ਲੈ ਕੇ ਜਾਣਾ। ਮੈਂ ਕਿਹਾ ਉਹ ਕੋਈ ਰਸਤਾ ਦੱਸੇ? ਕਹਿਣ ਲੱਗਾ 3 ਸੜਕਾਂ ਲੱਗਦੀਆਂ ਨੇ। ਅੱਛਾ, ਉੱਥੇ ਬਿਜਲੀ ਵੀ ਹੈ। ਮੈਂ ਸੁਣ ਕੇ ਹੈਰਾਨ ਹੋ ਗਿਆ ਕਿ ਪੈਦਲ ਚੱਲਣਾ ਮੁਸ਼ਕਿਲ ਸੀ। ਉਹ ਟੈਕਸੀ ਵਾਲਾ ਚਲਾ ਗਿਆ। ਉਹਨੇ ਤਖੀਏ ਜਾ ਕੇ ਪੜੈਣ, ਉੱਥੇ ਜਾਣਾ ਸੀ ਪਹਿਲੇ, ਪੜੈਣ ਗਿਆ ਤਾਂ ਤਖੀਏ ਚ ਉਹਨੇ ਟੈਕਸੀ ਰੋਕ ਲਈ। ਦੁਕਾਨਦਾਰ ਸਾਰੇ ਦੇਖ ਰਹੇ ਕਿ ਮੁਸਲਮਾਨ ਆਇਆ, ਇਹ ਨਹੀਂ ਪਤਾ ਕੌਣ ਹੈ ਕੌਣ ਨਹੀਂ, ਦੱਸਾਂ ਵੀ ਨਾ ਪਤਾ ਲੱਗਣਾ ਸੀ। ਉਹਨੇ ਕਿਹਾ ਜੀ ਮੈਂ ਲਵਾਂਗਾ ਤੁਹਾਡੇ ਕੋਲੋਂ ਸਾਰੀ ਦਿਹਾੜੀ ਦੇ 40 ਰੁਪਏ। ਅੱਛਾ, ਜਿਹੜਾ ਕਿ ਅਸੀਂ ਇੱਥੋਂ 20 ਰੁਪਏ ਨਾਲ ਸਟੇਸ਼ਨ ਤੇ ਜਾਂਦੇ ਰਕਸ਼ੇ 'ਚ, ਯਾਨੀ ਉਹ ਇੰਨਾ ਸਸਤਾ ਸੀ। ਮੈਂ ਉਹ ਦੂਸਰਾ ਵਾਲਾ ਕਹਿੰਦਾ ਯਾਰ ਮਹਿਮਾਨ ਆਏ ਆ, ਤੂੰ 20 ਰੁਪਏ ਲਈ। ਕਹਿੰਦਾ ਅੱਛਾ ਜੀ। ਉਹਨੇ ਮੈਨੂੰ ਰਸਤੇ 'ਚ ਕਿਹਾ, ਮੈਂ ਕਿਹਾ ਬੇਟਾ ਭਾਈ ਜੀ ਤੁਸੀਂ 40 ਲੈਣੇ ਮੇਰੇ ਕੋਲੋਂ, 20 ਤਾਂ ਬਹੁਤ ਥੋੜੇ ਹੈ। ਕਹਿੰਦਾ ਜੀ ਉਹ ਗੁੱਸੇ ਹੋਣਗੇ। ਮੈਂ ਕਿਹਾ ਨਹੀਂ ਹੁੰਦੇ, ਮੈਂ ਦੱਸਦਾ ਨਹੀਂ ਉਹਨਾਂ ਨੂੰ। ਪੜੈਣ ਚਲੇ ਗਏ।
ਪੜੈਣ ਜਾ ਕੇ ਤਖੀ 'ਚ ਗੱਡੀ ਖੜੀ ਕੀਤੀ ਅੱਛਾ ਤੇ ਮੈਂ ਕਿਹਾ ਜੀ ਮੈਂ ਮੋਹਨ ਸਿੰਘ ਦੇ ਮੋਦਨ ਦੇ ਘਰ ਹਾਂ ਜਾਣਾ। ਹੂੰ ਉਹ ਮੈਨੂੰ ਪੁੱਛਦਾ ਵੀ ਤੁਸੀਂ ਕਿੱਥੋਂ ਆਏ ਹੋ? ਹੂੰ ਮੈਂ ਕਿਹਾ ਕੋਈ ਹੋਰ ਨਾ ਗੱਲ ਹੋਈ। ਮੈਂ ਕਿਹਾ ਆਇਆ ਮੈਂ ਕਰਾਚੀੋਂ ਦਿੱਲੀੋਂ। ਹਾਂ ਨਹੀਂ ਤੁਸੀਂ ਉਸ ਪਿੰਡ 'ਚ ਬਣਾ ਲੈਂਦੇ ਹੋ। ਮੈਂ ਕਿਹਾ ਮੈਂ ਆਇਆ ਉਸੇ ਪਿੰਡ ਨੂੰ ਦੇਖਣ, ਉਹ ਅਸੀਂ ਉੱਥੇ ਰਹਿੰਦੇ ਸਨ, ਹੁਣ ਮੈਂ ਆਇਆ। ਉਹਨੇ ਕਿਹਾ ਅੱਛਾ ਅੱਛਾ ਫਲਾਣੇ ਨੂੰ ਜਾਣਦੇ ਹੋ? ਹੂੰ ਮੈਂ ਕਿਹਾ ਉਹ ਲੁਹਾਰ ਸੀ ਸਰਦਾਰ ਜੀ, ਅੱਛਾ ਉਹ ਸਾਡਾ ਸੇਪੀ ਸੀ ਉਹਦੇ ਕੋਲ। ਹਾਂ ਹਾਂ ਉਹ ਸੇਪੀ ਸਾਡੇ ਕੰਮ ਕਹਿੰਦਾ ਜੀ ਮੈਂ ਉਹਦਾ ਪੁੱਤਰ ਪਾਲਾ ਸਿੰਘ। ਉਹ ਮੈਂ ਕਿਹਾ ਸਦਕੇ ਜਾਵਾਂ। ਹਾਂ ਹਾਂ ਉਹ ਟੈਕਸੀ ਵਾਲਾ, ਹੂੰ ਉਹਨੇ ਬੜੇ ਜ਼ਬਰਦਸਤੀ ਮੈਂ ਉਹਨੂੰ ਪੈਸੇ ਦਿੱਤੇ ਕਿ ਨਹੀਂ ਤੁਸੀਂ ਮਹਿਮਾਨ ਹੈ। ਹਾਂ ਉੱਥੇ ਟੈਕਸੀ ਖੜੀ ਕੀਤੀ ਤੇ ਮੈਂ ਤੁਰ ਪਿਆ ਕਿ ਮੈਂ ਠਹਿਰੋ ਮਹਾਰਾਜ ਤੁਹਾਨੂੰ ਘਰ ਦਾ ਜੇ ਨਾ ਪਤਾ ਲੱਗੇ ਤੇ ਮੈਂ ਨਾਲ ਨਾ ਚੱਲਾਂ। ਹੂੰ ਮੈਂ ਕਿਹਾ ਤੂੰ ਮੇਰੇ ਪਿੱਛੇ ਪਿੱਛੇ ਤੁਰਿਆ, ਹੂੰ ਜੇ ਤਾਂ ਮੈਂ ਘਰ ਭੁੱਲ ਗਿਆ ਹੂੰ ਮੈਨੂੰ ਆਵਾਜ਼ ਦੇ ਦੇ, ਜੇ ਨਾ ਮੈਂ ਭੁੱਲਾਂ ਫਿਰ ਚੁੱਪ ਕਰ ਰਹੇ। ਹੂੰ ਉਹ ਮੈਂ ਸਿੱਧਾ ਹੀ ਬਾਹਰਲੀ ਗਲੀ ਸੀ ਉਸ ਪਿੰਡ ਤੋਂ, ਹੂੰ ਜਿਹੜੀ ਸਾਡੇ ਪਿੰਡ ਨੂੰ ਜਾਂਦੀ ਸੀ ਗਲੀ, ਸਹੀ। ਨਾਲ ਸਕੂਲ ਸੀ, ਹੂੰ ਸੇਵੇ ਸੀ। ਹੂੰ ਉਦੋਂ ਮੈਂ ਗਿਆ ਉਹਨਾਂ ਦੇ ਹੱਥ 'ਚ ਇੱਕ ਦਰਵਾਜ਼ਾ ਟੁੱਟਿਆ ਹੋਇਆ ਸੀ, ਹੂੰ ਇੱਕ ਕੰਧ ਨਾਲ ਲੱਗਾ ਹੋਇਆ ਸੀ। ਅੱਛਾ ਉਹ 50 ਸਾਲ ਬਾਅਦ ਸਰਦਾਰ ਜੀ ਉਹਨਾਂ ਦੇ ਉੱਥੇ ਹੀ ਦਰਵਾਜ਼ਾ ਪਿਆ, ਉਹ ਹੀ ਟੁੱਟਿਆ ਹੋਇਆ। ਹਾਂ ਹਾਂ ਕਹਿੰਦਾ ਕਿ ਬੜੀ ਯਾਦ। ਮੈਂ ਕਿਹਾ ਯਾਦਦਾਸ਼ਤ ਇੱਥੇ ਕੀ ਕਰੀ, ਕੋਈ ਤਬਦੀਲੀ ਹੈ ਹੀ ਨਹੀਂ, ਹੂੰ ਉਹੀ ਕੋਠਾ ਉਹੀ ਮਕਾਨ। ਹੂੰ ਹੂੰ ਆ ਇੱਕ ਦਰਵਾਜ਼ਾ ਟੁੱਟਿਆ ਰੱਖਿਆ ਸੀ ਜਿਹੜਾ ਅਸੀਂ ਇੱਥੇ ਖੇਡਦੇ ਖੇਡਦੇ ਆ ਗਏ ਸੀ। ਕਹਿਣ ਲੱਗਾ ਜੀ ਇਹ ਘਰ ਐਸਾ ਹੈ ਹੂੰ ਜਿਹਨੇ ਤੁਹਾਡੇ ਕੋਟਲੀ ਦੇ ਵਿੱਚ ਕੋਈ ਚੀਜ਼ ਨਹੀਂ ਲਿਆਂਦੀ, ਅੱਛਾ ਕੋਈ ਚੀਜ਼ ਨਾ ਤੁਹਾਡਾ ਮਕਾਨ ਨਾ ਡੰਗਰ, ਬਾਕੀ ਜਿਹੜੇ ਸੀ। ਮੈਂ ਕਿਹਾ ਵੀ ਹੁਣ ਕਹਿੰਦਾ ਹੁਣ ਉੱਥੇ ਕੁਝ ਨਹੀਂ ਹੈ, 5-4 ਘਰ ਹੈ। ਮੈਂ ਕਿਹਾ ਚੱਲ ਦੇਖਾਂਗੇ। ਹੂੰ ਅਸਲ ਵਿੱਚ ਮੈਂ ਜਾਣਾ ਸੀ ਚਿੰਤੀ ਨਹੀਂ ਤੋਂ ਮਿਲਣਾ, ਚਿੰਤੀ ਨੂੰ ਮਿਲਣ? ਮਿਲਣਾ ਮੈਂ ਤਾਂ ਮਾਤਾ ਚਿੰਤੀ ਨੂੰ। ਕਿਉਂ ਮਾਤਾ ਚਿੰਤੀ ਕੌਣ ਸੀ? ਮਾਤਾ ਚਿੰਤੀ ਮੈਨੂੰ ਰੱਖਿਆ ਸੀ ਨਾਂ ਨਛੱਤਰ ਮੇਰਾ। ਨਛੱਤਰ ਤੁਹਾਡਾ ਨਾਮ ਅੱਛਾ ਅੱਛਾ ਉਹਨੇ ਨਾਂ ਰੱਖਿਆ ਸੀ ਨਛੱਤਰ। ਅੱਛਾ ਕਰਦਿਆਂ ਤੇ ਮੇਰੇ ਨਾਂ ਫਜ਼ਲ ਮੁਹੰਮਦ ਰੱਖਿਆ ਨਾ, ਅੱਛਾ ਉਹਦਾ ਉਹਨੇ ਮੇਰਾ ਨਾਂ ਨਛੱਤਰ ਰੱਖਿਆ ਸੀ। ਉਹਦੇ ਔਲਾਦ ਕੋਈ ਨਹੀਂ ਸੀ। ਅੱਛਾ ਉਹ ਮੈਨੂੰ ਚੱਕ ਕੇ ਨਾ, ਇਹ ਮਾਤਾ ਚਿੰਤੀ ਕੌਣ ਸੀ? ਮਾਤਾ ਚਿੰਤੀ ਮੋਹਨ ਸਿੰਘ ਦਾ ਵੱਡਾ ਭਾਈ ਸੀ ਵੀਰ ਸਿੰਘ, ਵੀਰ ਸਿੰਘ। ਉਹਦੀ ਬੀਵੀ ਸੀ। ਉਹ ਅੱਛਾ ਜਿਹੜਾ ਪਹਿਲੇ ਫੌਤ ਹੋ ਗਿਆ ਸੀ ਉਹਦੀ ਬੀਵੀ ਸੀ, ਉਹਦੇ ਔਲਾਦ ਕੋਈ ਨਹੀਂ ਸੀ ਹੁੰਦੀ। ਅੱਛਾ ਤੇ ਲੋਕ ਪਰਹੇਜ਼ ਕਰਦੇ ਸੀ, ਜਿਹਨੂੰ ਕਹਿੰਦੇ ਵੀ ਆ ਗਿਆ ਇਹ ਬਚੋ ਜੀ ਬਚੋ, ਇਹਦੇ ਕੋਲ ਫਲਾਂ ਕਰੋ। ਹੂੰ ਅਸੀਂ ਨਹੀਂ ਸੀ ਕਰ। ਮੇਰੀ ਵਾਲਦਾ ਕਹਿੰਦੀ ਨਹੀਂ ਚਿੰਤੀ ਜਦੋਂ ਤੂੰ ਆਵੇਂ ਹੂੰ ਜਿਵੇਂ ਮਰਜ਼ੀ ਮੇਰੇ ਘਰ ਆ। ਹੂੰ ਉਹਨੇ ਕਿਹਾ ਮੈਂ ਨਛੱਤਰ ਨੂੰ ਲੈ ਕੇ ਜਾਣਾ। ਉਹ ਆਪਣੇ ਪਿੰਡ ਲਈ ਨਜ਼ਦੀਕ ਹੀ ਸੀ ਪੜੈਣ, ਅੱਛਾ ਆਪਣੇ ਘਰ ਲੈ ਜਾਣਾ, ਹੂੰ ਖਾਣਾ ਪੀਣਾ ਨਲਾਉਣਾ ਧਲਾਉਣਾ ਸਾਰਾ ਕੁਝ। ਹੂੰ ਉਹਨਾਂ ਕਿ ਮੇਰੇ ਘਰ ਦੇ ਨਹੀਂ ਸੀ ਕਰਦੇ ਜਿੰਨਾ ਉਹ ਕਰਦੀ ਸੀ। ਹੂੰ ਤੇ ਸ਼ਾਮ ਨੂੰ ਲਿਆ ਕਰ ਬੀਬੀ ਆਲਾ ਲੈ ਲਓ। ਸਾਰਾ ਦਿਨ ਤੁਸੀਂ ਚਿੰਤੀ ਦੀ ਘਰ ਰਹਿਣਾ? ਸਾਰਾ ਦਿਨ ਚਿੰਤੀ ਲੈ ਜਾਂਦੀ, ਹੂੰ ਇੱਕ ਦਿਨ ਛੱਡ ਕੇ ਦੂਸਰੇ ਦਿਨ। ਹੂੰ ਉਹਨੂੰ ਪਿਆਰ ਇੰਨਾ ਸੀ ਹੂੰ ਕਿਉਂਕਿ ਔਲਾਦ ਨਹੀਂ ਸੀ ਉਹਦੇ, ਹਾਂ ਉਹਨਾਂ ਨੇ ਤੁਹਾਨੂੰ ਆਪਣਾ ਪੁੱਤਰ ਬਣਾਇਆ ਹੋਇਆ। ਪੁੱਤਰ ਬਣਾਇਆ ਸੀ ਮੈਨੂੰ। ਹਾਏ ਹਾਏ ਤੇ ਸਾਨੂੰ ਵੀ ਇੰਨਾ ਪਿਆਰ ਸੀ। ਹੂੰ ਮੈਂ ਮਹਿਜ਼ ਚਿੰਤੀ ਨੂੰ ਮਿਲਣ ਵਾਸਤੇ ਅੱਛਾ ਵੀਜ਼ਾ ਲਿਆ। ਅੱਛਾ ਹਾਲਾਂਕਿ 79 ਜੋ ਇੰਡੋ ਪਾਕ ਦਾ ਇੱਕ ਮੈਚ ਹੋਇਆ ਨਾ ਫੈਸਲਾਬਾਦ, ਹੂੰ ਮੈਂ ਉਹਦਾ ਇੰਚਾਰਜ ਸੀ ਇੱਥੇ ਦਾ। ਅੱਛਾ ਯਾਨੀ ਕੋਈ ਸਿੱਖ ਕਮਿਊਨਿਟੀ ਜਿੰਨੀ ਸੀ ਨਾ, ਹੂੰ ਉਹ ਪਾਸਪੋਰਟ ਲਈ ਮੈਂ ਦਰਜ ਕਰਦਾ ਸੀ, ਐਂਟਰੀ ਰੀ ਐਂਟਰੀ ਉਹਨਾਂ ਨੂੰ। ਹੂੰ ਮੈਂ ਕਿਹਾ ਜੋ ਮਰਜ਼ੀ ਚਲੇ ਜਾਓ। ਹੂੰ ਤੇ ਉਦੋਂ ਮੇਰੀ ਖਾਹਿਸ਼ ਬਣ ਗਈ ਵੀ ਚਿੰਤੀ ਨੂੰ ਮਿਲਣਾ ਵਾ। ਮਿਲਣਾ। ਔਰ ਫਿਰ ਉਹ 15-20 ਆਦਮੀ ਪੜੈਣ ਚੋਂ ਹੂੰ ਉਹ ਮੇਰੇ ਨਾਲ ਮੈਂ ਹੈ। ਟੈਕਸੀ ਚ ਛੱਡਤੀ, ਉੱਥੇ ਪੈਦਲ ਆਇਆ ਸੀ। ਅੱਛਾ ਪੈਦਲ ਆ ਕੇ ਦੇਖਿਆ ਸਾਡੇ ਘਰ ਦਾ ਨਿਸ਼ਾਨ ਹੀ ਕੋਈ ਨਾ, ਅੱਛਾ ਰੇਤ ਹੀ ਸਾਰੀ। ਮੈਂ ਉਹ ਸਰਦਾਰ ਜੀ ਰੇਤ ਦੇ ਵਿੱਚ ਬਹਿ ਗਿਆ, ਉੱਥੇ ਹੂੰ ਰੇਤ ਨਾਲ ਖੇਲਣ ਲੱਗ ਪਿਆ। ਹੂੰ ਉਹ ਕਹਿੰਦਾ ਮਹਾਰਾਜ ਇਹ ਕਰਦੇ ਆ। ਮੈਂ ਕਿਹਾ ਮੈਨੂੰ ਇਹ ਧਰਤੀ ਨਾਲ ਪਿਆਰ ਹੀ ਇੰਨਾ, ਮੇਰੀ ਪੈਦਾਇਸ਼ ਇੱਥੇ ਦੀ ਹੈ, ਹਾਏ ਹਾਏ ਮੇਰੀ ਚਿੰਤੀ ਇੱਥੇ ਦੀ ਹੈ, ਹਾਏ ਹਾਏ ਤੇ ਮੈਂ ਆਪਣੀ ਖਾਹਿਸ਼ ਪੂਰੀ ਕਰ ਰਿਹਾ। ਅੱਛਾ ਮੋਹਨ ਸਿੰਘ ਨੇ ਮੋਦਨ ਦੇ ਨਾਲ ਘਰ ਹੈ, ਅੱਛਾ ਚਿੰਤੀ ਦੇ ਘਰ ਹੈ। ਅੱਛਾ। ਜਿੱਥੇ ਚਿੰਤੀ ਹਾਲਾਂਕਿ ਬਾਹਰ ਡੇਰਾ ਬਣਾਇਆ ਉੱਥੇ ਰਹਿੰਦੇ, ਲੇਕਿਨ ਘਰ ਉਹ ਹੀ ਸੀ ਹਾਂ ਹਾਂ ਉਹਨਾਂ ਦਾ ਅਸਲ। ਅੱਛਾ ਉਹ ਮੈਂ ਬੱਚੇ ਦੇਖ ਕੇ ਨਾ, ਹੂੰ ਕਿਸੇ ਨੂੰ 100 ਰੁਪਇਆ ਦਿੱਤਾ, ਹੂੰ ਕਿਸੇ ਨੂੰ 200 ਰੁਪਏ ਦਿੱਤਾ, ਹੂੰ ਕਿਸੇ ਨੂੰ 50 ਰੁਪਏ ਦੇ। ਹੂੰ ਹੂੰ ਉਹ ਮੋਹਨ ਸਿੰਘ ਨੇ ਆ ਕੇ ਮੈਨੂੰ ਪਿੱਛੇ ਜੱਫਾ ਪਾ ਲਿਆ। ਅੱਛਾ ਕਹਿੰਦਾ ਭਤੀਜ ਉਹ ਭਤੀਜ ਹਾਂ ਪਾਗਲ ਹੋ ਗਿਆ, ਹਾਂ ਤੂੰ ਕਿਸੇ ਨੂੰ ਰੁਪਈਆ ਦੇ, ਕਿਸੇ ਨੂੰ 2 ਰੁਪਏ ਦੇ। ਮੈਂ ਕਿਹਾ ਸਰਦਾਰ ਜੀ ਇਹਦੇ ਨਾਲ ਕੀ ਬਣਦਾ ਹੈ? ਕਹਿਣ ਲੱਗਾ ਕਿਤੇ ਪਾਕਿਸਤਾਨ ਜਾ ਕੇ ਕਿਤੇ ਉਹ ਕੋਠਾ ਤਾਂ ਨਹੀਂ ਮਿਲ ਗਿਆ ਜਿਹੜਾ ਨੋਟਾਂ ਦਾ ਭਰਿਆ ਹੋਇਆ ਸੀ ਵੀ ਇੰਨੇ ਪੈਸੇ ਤਕਸੀਮ ਕਰ ਦੇ। ਮੈਂ ਕਹਿੰਦਾ ਕੋਠਾ ਨਹੀਂ,
ਭੁੱਖ ਬਹੁਤ ਦੇਖੀ ਹੈ। ਹਾਂ ਪਾਰਟੀਸ਼ਨ ਦੇ ਵਿੱਚ ਸਰਦਾਰ ਜੀ ਭੁੱਖ ਇੰਨੀ ਦੇਖੀ ਹੈ ਨਾ ਹਾਂ ਕਿ ਪੀਣ ਨੂੰ ਪਾਣੀ ਪੀਣ ਦੇ ਗਲਾਸ ਨਹੀਂ ਸਾਡੇ ਕੋਲ ਆਇਆ ਸੀ। ਹਾਏ ਹਾਏ ਲੁਧਿਆਣਾ ਟ੍ਰੇਨ 'ਚ ਲੋਧੂਵਾਲ ਸੀ ਸਾਡਾ ਕੈਂਪ। ਹਾਂ ਹਾਂ ਲੁਧਿਆਣੇ ਤੋਂ ਜਿਸ ਤਰ੍ਹਾਂ ਇੱਥੇ ਗੱਟੀ ਹੈ ਨਾ ਇੰਨੀ ਕੁ ਦੂਰ ਸੀ ਲੁਧਿਆਣੇ ਤੋਂ, ਛੋਟਾ ਸਟੇਸ਼ਨ, ਹੂੰ ਉੱਥੇ ਕੈਂਪ ਸੀ। ਅੱਛਾ ਟ੍ਰੇਨ ਦੇ ਉੱਤੇ ਬਹਿ ਗਏ, ਹੂੰ ਨੀਚੇ ਜਗ੍ਹਾ ਕੋਈ ਨਹੀਂ ਸੀ। ਟ੍ਰੇਨ ਦੇ ਛੱਤ ਦੇ ਉੱਪਰ ਬੈਠੇ ਛੱਤ ਦੇ ਉੱਪਰ ਲੁਧਿਆਣੇ ਤੋਂ ਲੈ ਕੇ ਲਾਇਲਪੁਰ ਤੱਕ ਛੱਤ ਤੇ ਬੈਠੇ ਆਏ। ਹੂੰ ਕੀ ਸੀ ਇੱਥੇ ਰੱਸਾ ਪਾਇਆ, ਉਹ ਫੜਿਆ ਉਹਨੇ ਵੀ ਨੀਂਦ ਨਾ ਆ ਜਾਏ, ਡਿੱਗ ਨਾ ਪਵੇ, ਇਹ ਨਾ ਹੋਵੇ। ਹਾਏ ਹਾਏ ਕੋਲੇ ਕੋਈ ਸ਼ੈ ਨਹੀਂ। ਸੇਨ 'ਚ ਤਾਂ ਇਹ ਗੱਲ ਸੀ ਨਾ ਕਿ ਚਲੋ ਗਏ ਵੀ 10 ਦਿਨ ਉੱਥੇ ਰਵਾਂਗੇ, ਫਿਰ ਆਪਣੇ ਘਰਾਂ 'ਚ ਆ ਜਾਵਾਂਗੇ। ਹਾਂ। ਬਾਕਾਇਦਾ ਤਾਲੇ ਲਾਏ। ਹੂੰ ਉਹ ਕਿ ਬੰਦੇ ਨੇ ਸਮਝਾਇਆ ਵੀ ਇਹ ਗੱਲ ਛੱਡ ਦਿਓ, ਵਾਪਸ ਜਾਣਾ ਭੁੱਲ ਜਾਓ। ਵਾਪਸ ਜਾਣਾ ਭੁੱਲ ਜਾਓ। ਉਹ ਬੜਾ ਅਫਸੋਸ, ਇਹ ਕਿ ਸਰਕਾਰ ਛੱਡ ਕੇ ਅਸੀਂ ਕਿੱਥੇ ਜਾਵਾਂਗੇ, ਹੂੰ ਦੂਸਰੇ ਘਰ ਕਿੱਥੇ ਜਾਵਾਂਗੇ। ਅਸੀਂ ਸੋਚ ਇਹ ਸੀ ਕਿ ਨਿਗਾਹ ਵੱਲੋਂ ਨਿਕਲਣਾ ਸੀ। ਅਸੀਂ ਆ ਗਏ ਟ੍ਰੇਨ ਦੇ ਬਹਿ ਕੇ ਉੱਤੇ ਬਾਰਿਸ਼ ਆਈ, ਸਰਦੀ ਇੰਨੀ, ਤੇ ਨਾਲ ਇੱਕ ਮੇਰਾ ਬੰਦਾ ਬੈਠਾ, ਉਹ ਉਹਦੇ ਕੋਲੇ ਸਾਫ ਸੀ ਥੋੜਾ ਜਾਨ ਮਾਰ ਮਸਲਾ ਜਿਹਾ। ਹੂੰ ਵਾਲਦਾ ਨੇ ਉਹਨੂੰ ਕਿਹਾ ਵੀ ਸਰਦੀ ਬੜੀ ਲੱਗਦੀ ਹੈ, ਇਹ ਬੱਚਿਆਂ ਦੇ ਉੱਤੇ ਦੇ ਦੇ। ਅੱਛਾ। ਉਹ ਕਹਿੰਦਾ ਨਹੀਂ ਬੀਬੀ ਮੈਂ ਆਪਣੇ ਵਾਸਤੇ ਲੈ ਆਇਆ, ਪਿਆਰ ਖਤਮ। ਲੇਕਿਨ ਸਿੱਖ ਬਰਾਦਰੀ ਹੂੰ ਮਗਰ ਤੱਕ ਆਇਓ। ਹੂੰ ਇੱਕ ਸਨਤ ਸਿੰਘ ਸੀ ਜਿਹਨੇ ਸਾਡੇ ਪਿੰਡ ਦੇ ਕੋਲੇ ਡੇਰਾ ਬਣਾਇਆ, ਅੱਛਾ ਬੜਾ ਅੱਛਾ ਆਦਮੀ ਸੀ, ਵੈਸੇ ਵੀ ਘਰੋਂ ਤਕੜਾ ਸੀ। ਅੱਛਾ ਉਹਨੇ ਘੋੜੀ ਤੇ ਆਉਣਾ ਬਾਅਦ ਦਾ ਵਾਲਸ ਕੋ, ਹੂੰ ਤੇ ਸਵੇਰ ਨੂੰ ਮਿਲ ਕੇ ਫੇਰੇ ਚਲੇ ਜਾਣਾ। ਉਹ ਅੱਛਾ। ਆਇਆ ਹੂੰ ਰਸਤੇ, ਹੂੰ ਕਹਿੰਦਾ ਜਾਣਾ ਹੈ ਤੁਸੀਂ, ਕੋਈ ਲੈ ਲਓ ਚੀਜ਼ ਖਾਣ ਪੀਣ ਵਾਲੀ। ਅੱਛਾ ਅਸੀਂ ਕਿ ਮਿਲ ਗਿਆ। ਹਾਂ ਮੈਂ ਇੰਨਾ ਤਸੱਵਰ ਹੀ ਨਹੀਂ ਸੀ ਕਿ ਸਾਡੇ ਨਾਲ ਇਹ ਹੋਇਆ। ਟ੍ਰੇਨ ਤੇ ਬੈਠੇ, ਹੂੰ ਜਲੰਧਰ ਟ੍ਰੇਨ ਰੋਕ ਲਏ ਸਿੱਖਾਂ ਨੇ ਅੱਛਾ ਵੀ ਜੀ ਅਸੀਂ ਇਹਨਾਂ ਨੂੰ ਸਾਰੀ ਗੱਡੀ ਨੂੰ ਕਤਲ ਕਰਨਾ। ਹੂੰ ਹੈ ਤਾਂ ਮੁਸਲਮਾਨ ਸਾਰੇ, ਅੱਛਾ ਸਾਨੂੰ ਵੀ ਖਬਰ ਮਿਲ ਗਈ। ਹੂੰ ਲੇਕਿਨ ਉਹ ਸਵੇਰ ਤੋਂ ਲੈ ਕੇ ਟ੍ਰੇਨ ਖੜੀ ਰਹੀ ਸ਼ਾਮ ਤੱਕ, ਹੂੰ ਉਹਨਾਂ ਦਾ ਪ੍ਰੋਗਰਾਮ ਬਦਲ ਗਿਆ। ਹੂੰ ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਅਸੀਂ ਕਤਲ ਕਰਾਂਗੇ ਜਾ ਕੇ ਅੰਮ੍ਰਿਤਸਰ, ਅੱਛਾ ਤਾਂ ਕਿ ਇਹਨਾਂ ਦੀਆਂ ਚੀਖਾਂ ਪਾਕਿਸਤਾਨ ਸੁਣਨ। ਹੂੰ ਬੇਟਾ ਬੈਠੇ ਸੀ ਜਬਰ ਕਦੋਂ ਹੂੰ ਕਿਸ ਤਰ੍ਹਾਂ ਹੋ ਜਾਣਾ। ਗੱਡੀ ਖੜੀ ਹੈ, ਅੱਛਾ ਸਿੱਖ ਹਿੰਦੂ ਦਾ ਤਾਂ ਖੈਰ ਤਸੱਵਰ ਹੀ ਨਹੀਂ ਸੀ ਉਹਦੇ 'ਚ। ਹੂੰ ਉਹ ਉਹਨਾਂ ਨੂੰ ਬਰਸੀ ਕਹਿੰਦੇ ਸੀ, ਡਾਂਗ ਦੇ ਅੱਗੇ ਨਾ ਇੱਕ ਬਣੀ ਹੁੰਦੀ ਸੀ ਸਰੀਆ ਜਿਹਾ ਲਾ ਕੇ। ਅੱਛਾ ਹੁਣ ਟ੍ਰੇਨ ਤੇ ਬੈਠੇ ਆ, ਲੰਘਦਾ ਜਾ ਰਹੇ ਆ, ਇੰਜ ਮਾਰਿਆ ਹੂੰ ਉਹਦੇ ਢਿੱਡ ਤੇ, ਹੂੰ ਚੱਲ ਪਾਕਿਸਤਾਨ। ਦੇਖੇ ਵੀ ਜਿਹੜੇ ਮੁਕੱਦਰ ਆਰਮੀ ਦਾ ਕੋਈ ਬੰਦਾ ਨਹੀਂ ਸੀ ਨਾਲ। ਹੂੰ ਮਗਰਬ ਵੇਲੇ ਇਤਲਾਹ ਏਦਾਂ ਮੇਰੀ ਕਿ ਆਰਮੀ ਆ ਗਈ ਹੈ। ਅੱਛਾ ਉਹ 7-8 ਆਦਮੀ ਸੀ ਸਰਦਾਰ ਜੀ ਹੂੰ ਫੌਜੀ। ਹੂੰ ਉਹਨੇ ਆਪਣੇ ਫੌਜੀ ਨੂੰ ਕਿਹਾ ਕਿ ਤੁਸੀਂ ਟ੍ਰੇਨ ਦੇ ਤੇ ਗਿਰਨਾ, ਘੁੰਮਣਾ, ਰਖਵਾਈ ਕਰਨੀ ਇਹਨਾਂ ਦੀ, ਟ੍ਰੇਨ ਦੇ ਉੱਪਰ ਟ੍ਰੇਨ ਦੇ ਖੜੇ ਨਹੀਂ ਹੋਣਾ। ਹੂੰ ਆਪ ਉਹ ਜਿਹੜੇ ਖੰਭੇ ਆ ਨਾ ਬੜੇ ਬਿਜਲੀ ਦੇ, ਅੱਛਾ ਉਹਨਾਂ ਦੇ ਚੜ੍ਹ ਕੇ ਇਹਨੇ ਦੀ ਗੋਲੇ ਲਾਏ ਸੀ ਸਾਰੇ ਜਿਸਮ ਤੇ। ਅੱਛਾ ਉਹਨੇ ਮਾਈਕ ਦੇ ਵਿੱਚ ਆਵਾਜ਼ ਦਿੱਤੀ ਮੁਸਲਮਾਨਾਂ ਨੂੰ, ਕਹਿਣ ਲੱਗਾ ਜ਼ਮੀਨ ਤੇ ਪੈਰ ਨਾ ਰੱਖਿਓ, ਟ੍ਰੇਨ ਤੋਂ ਹੂੰ ਪੈਰ ਨਾ ਰੱਖਿਓ ਤਾਂ ਮੇਰੇ ਵੱਲ ਨਜ਼ਰ ਰੱਖਿਓ। ਜੇ ਮੇਰਾ ਜਿਸਮ ਹਿਲਦਾ ਨਜ਼ਰ ਆਉਂਦਾ ਤੁਹਾਨੂੰ, ਫਿਰ ਕੁਝ ਨਹੀਂ ਕਰਨਾ, ਇਹਨਾਂ ਨੇ ਮਾਰਨਾ ਤੁਹਾਨੂੰ। ਹੂੰ ਤੇ ਜੇ ਮੈਂ ਨਾ ਹੋਇਆ ਫਿਰ ਤੁਸੀਂ ਹੱਥੀਂ ਪੈ ਜਾਏ ਉਹਨਾਂ ਨੂੰ। ਅੱਛਾ ਡਾਂਗ ਛੋਟਾ ਤਾਂ ਹੈ ਹੀ ਨਹੀਂ ਸੀ। ਹੂੰ ਠੀਕ ਹੈ। ਉਹਨੇ ਫਿਰ ਸਿੱਖਾਂ ਨੂੰ ਲਲਕਾਰ ਕੇ ਕਿਹਾ ਕਿ ਦੋਸਤੋ ਮੈਂ 100 ਦੀ ਗਿਣਤੀ ਕਰਾਂਗਾ ਹੂੰ ਤੇ ਤੁਸੀਂ ਸਟੇਸ਼ਨ ਖਾਲੀ ਕਰ ਦਿਓ। ਅੱਛਾ ਇਹਨਾਂ ਨੂੰ ਬਾਹਿਫਾਜ਼ਤ ਅਸੀਂ ਪਾਕਿਸਤਾਨ ਪਹੁੰਚਾਉਣਾ। ਹੂੰ ਉਹਨੇ ਗਿਣਤੀ ਸ਼ੁਰੂ ਕੀਤੀ, ਕੌਣ ਸੁਣਾ ਹੈ, ਹੂੰ 100 ਗਿਣਤੀ ਕੀਤੀ ਤਾਂ ਉਹਨੇ ਫਾਇਰ ਖੋਲਤਾ ਇਕੱਲੇ ਬੰਦੇ ਨੇ। ਓਏ ਹੋਏ ਅਸੀਂ ਹੁਣ ਬੈਠੇ ਟ੍ਰੇਨ ਤੇ ਐ ਕਰਕੇ ਜ਼ੇਨ ਜੇ ਕਿ ਇੱਧਰ ਹੈ ਨਹੀਂ, ਹੂੰ ਇੱਧਰਲਾ ਵੀ ਹੈ ਨਹੀਂ, ਮੈਂ ਬਚਿਆ ਹਲੇ। ਹੂੰ ਜ਼ਿਆਦਾ ਦੇਰ ਨਹੀਂ, 15 ਕੁ ਮਿੰਟ, ਹੂੰ ਫਿਰ ਉਹ ਸਟੇਸ਼ਨ ਸਾਰਾ ਖਾਲੀ। ਹੂੰ ਵਿੱਚ ਸਿੱਖ ਮਰੇ ਵੀ, ਬੰਦੇ ਮਰੇ ਚ ਹਿੰਦੀ ਸੋਈ ਸਿੱਖ ਵੀ। ਹੂੰ ਉਸ ਤੋਂ ਬਾਅਦ ਉਹਨੇ ਕਿਹਾ ਮੈਂ ਆਪਣੇ ਸਾਥੀਆਂ ਨੂੰ ਵੀ ਆ ਡੱਬੇ ਖੜੇ ਨਾ ਮਾਲ ਗੱਡੀ ਵਾਲੇ, ਹੂੰ
ਇਹਦੇ ਚ ਫਾਇਰਿੰਗ ਕਰੋ ਛੁਪੇ ਹੋਣਗੇ। ਹੂੰ ਉਧਰ ਫਾਇਰਿੰਗ ਕਰਕੇ ਆ ਗਏ, ਅਮਨ ਹੋ ਗਿਆ। ਉਹਨੇ ਐਲਾਨ ਕੀਤਾ ਵੀ ਜੋ ਤੁਹਾਨੂੰ ਰੇਹੜੀ ਤੇ ਕੋਈ ਦੁਕਾਨ ਤੇ ਖਾਣ ਵਾਲੀ ਚੀਜ਼ ਹੈ ਨਾ ਹੂੰ ਉਹ ਲੈ ਲਓ, ਤੁਹਾਨੂੰ ਕੁਝ ਨਹੀਂ ਲੱਭਣਾ। ਕੌਣ ਉੱਠਦਾ ਹੈ? ਭੁੱਖ ਤਾਂ ਲੱਗਦੀ ਨਹੀਂ ਸੀ, ਲੱਗੀ ਨਹੀਂ। ਹੂੰ ਉਹ ਖਾਲੀ। ਫਿਰ ਉਹਨੇ ਇਹ ਕਿਹਾ ਵੀ ਜੇ ਲੋਕ ਅਗਲੇ ਲੋਕ ਆ ਕੇ ਕਿਆ ਕਰਨਗੇ ਕਿ ਇੱਥੇ ਅੰਮ੍ਰਿਤਸਰ ਹੁੰਦਾ ਸੀ, ਹੂੰ ਮੈਂ ਰਹਿਣ ਨਹੀਂ ਦਿਆ। ਦਬਕਾ ਮਾਰਿਆ ਉਹਨੇ, ਘਰੋਂ ਲੋਕ ਚਲੇ ਗਏ, ਬਚ ਗਏ। ਹੁਣ ਇਹ ਸੀ ਜਿਹੜਾ ਇੰਜਣ ਆ ਨਾ ਸਾਡਾ, ਹੂੰ ਉਹ ਇਹਨਾਂ ਨੇ 2 ਡੱਬੇ ਤੇ ਇੰਜਣ ਹੂੰ ਉਡਾਤੇ ਸੀ, ਜਿਹੜਾ ਬੰਬ ਰੱਖ ਕੇ। ਅੱਛਾ ਉਹ ਕਹਿੰਦਾ ਮੈਨੂੰ ਅਫਸੋਸ ਇਹ ਆ ਕਿ ਮੇਰੇ ਕੋਲ ਇੰਜਣ ਹੈ ਨਹੀਂ। ਓਏ ਹੋਏ 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 ਸਰਦਾਰ ਜੀ ਸਾਹ ਦਾ ਸਾਹ ਵਿੱਚ ਹੀ ਰਹਿ ਗਿਆ। ਹੂੰ ਮਤਲਬ ਪੂਰਾ ਯਕੀਨ ਹੋ ਗਿਆ ਵੀ ਅਸੀਂ ਜ਼ਿੰਦਾ ਨਹੀਂ ਰਹਿਣਾ, ਜ਼ਿੰਦਾ ਨਹੀਂ ਬਚ ਕੇ ਜਾਣਾ। ਜ਼ਿੰਦਾ ਨਹੀਂ ਬਚਦੇ। ਥੋੜੀ ਦੇਰ ਬਾਅਦ ਫਿਰ ਖਬਰ ਆਈ ਕਿ ਇੰਜਣ ਲਾਹੌਰ ਤੋਂ ਚੱਲ ਪਿਆ। ਅੱਛਾ ਹੁਣ ਸਾਨੂੰ ਕੀ ਪਤਾ ਸੀ ਲਾਹੌਰ ਕਿੰਨੀ ਦੂਰ ਹੈ। ਹੂੰ ਸਿੱਧਾ ਉਹ ਆ ਗਿਆ। ਉਹਨੇ 1 ਮਿੰਟ ਲਾਇਆ ਹੂੰ ਕਿ ਉਹ ਜਿਹੜਾ ਡਿੱਗਿਆ ਇੰਜਣ ਸੀ ਨਾ ਹੂੰ ਉਹਨੂੰ ਛੱਡ ਕੇ ਹੂੰ ਦੂਸਰਾ ਲਾਤਾ, ਅੱਛਾ ਲੈ ਕੇ ਆ ਗਏ। ਜਦੋਂ ਆਇਆ ਅਟਾਰੀ, ਹੂੰ ਅਟਾਰੀ ਅੱਧਾ ਪਾਕਿਸਤਾਨ ਚ ਹੈ, ਹਾਂਜੀ ਅੱਧਾ ਇੰਡੀਆ ਵਿੱਚ ਹੈ। ਹਾਂਜੀ ਜੈਸੇ ਉਹਨੂੰ ਕ੍ਰਾਸ ਕੀਤਾ ਹੂੰ ਹੂੰ ਫਿਰ ਇਹ ਆਪਣੇ ਨਾਰੇ ਮਾਰਨ ਲੱਗ ਪਿਆ। ਅੱਛਾ नारा तकबीर, पाकिस्तान का मतलब क्या है, उदों का नारा चलिया है। हाँ जी हाँ जी पाकिस्तान का नारा ला इलाहा इल्लल्लाह, शुक्र किया। जब इन्ने खौफ च बंदा आता है ना तो उन्हें भुख प्यास नहीं लगती। ट्रेन इन्नी तेज चलती सी, इन्नी तेज चलती थी कि मेरा बड़ा भाई अल्लाह जन्नत नसीब करे, वो पीपा लैके देखा भी वो छपड़ी है ट्रेन ते, वो सने पीपा लैके चला गया छपड़ी तो, वो छपड़ी ते भर के फिर आ गया ट्रेन च, फिर चढ़ गया। यानी इन्नी तेज सी, इन्ना आहिस्ता 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 चलाते सी। फिर दुश्मनी फिर पैदा हो गई ना, हाँ जी। फिर रंग जरा दुश्मनी च बन गया। हाँ जी किसे होर दा नहीं पता। पिंड दे विच जदों रह नहीं सी इधर हो गया तो दूसरे बंदे ने इकट्ठे होकर पहरा देना रात में, अच्छा बच्चे बुढ़ियां एक हाथे च, तो वो सारी रात पहरा देना। लेकिन वो अल्लाह दा फजल ऐसा सी कि गो साडा पिंड छोटा सी, यानी हिंदू सिखां दे पिंड दे इर्द गिर्द साडे मुसलमानां दे पिंड सी, लेकिन वो तो खामोश, दूसरे जिन्हों अकाली दल कहंदे सी, वो आउंदे सी, वो जथे बन बन के इस पिंड नूं अग लाती, उस पिंड नूं अग लाती, खूहां दे विच जहर सुट दित्ती कि पानी पीण के मर जाणगे। ठीक है जी, लेकिन वो जिहड़े सिख सी ना साडे वाकफकार पिंड च, वो बड़ा प्यार करते सी। अच्छा वो बड़ा पैसा ना भी हुण तक वो याद आउंदे आ। याद हाँ, फिर उत्थों असीं अपने तो आए अपने पिंड कोटली नूं, ते चिंती कोटली दे दूसरे पासे डेरा बनाया सी उन्हें। अच्छा वो 15-20 सिख मेरे नाल, वो चिंती या वो बंदे वो जवाई देख घबरा गया भी की गल है, अच्छा बंदे क्यों ने, उन्हें आके अपने भाबे कोई घबराना नहीं, मोहन सिंह नमोदन अच्छा अपनी भरजाई नूं, हाँ हाँ असीं तेरे लिए तोहफा लियाए हैं। वो चुप, वो कहने लगे असीं नछत्तर लैके आए हैं। हाय उठ के हाय। बह गई, ज़ईफ सी, उठ के बह गई। उन्हें नहीं देखा भी ये मुसलमान आए की कहने, उन्हें पा जफा लिया मैंने, हाय 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 जो रोन लगी ऊंची ऊंची, ज्यों रोन लगी ऊंची ऊंची, बहुत देर कहने लगे मेरी दुनिया तारी जो मेरी ख्वाहिश है ना वो हुण पूरी हो गई। हाय 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 वालदा तो पूछा, मैं ठीक ठाक है। अच्छा उन्हें संदूक चों एक चादर कढ़ी जिहड़ी हत्थ दी कढ़ाई सी, अच्छा बहुत घट हुंदी सी उहदे नाल, वो मेरी वालदा ने तोहफा दिता। मेरे को सी टैटराउन दे 3-4 सूट। अच्छा ओदी गां बेटी, ओदी तो नहीं सी औलाद, दूसरे भाई दी वो रहिंदी ओहदे कोल सी, भाग सिंह उन्हां ब्याह कराया, उन्हां दी गां बच्ची दी शादी सी। मैं जिन्ने कपड़े सी ना वो उन्हें देते अच्छा बच्ची वास्ते, अच्छा बेबे चले जाना। ते आ जेड़ा ना टैटरान बोस्की जापानी, वो मैं उन्हें बुलाया, सरदार जी सुथू अपना अपना बनायो, हाँ कुर्ते मैं दे देना। सुथू कहंदे हाँ सी। जी वो बड़े खुश।
ਚਿੰਤੀ ਨੇ ਕਿ ਨਛੱਤਰ ਹੂੰ ਇੱਕ ਬਰਤਨ ਕੱਪੜੇ ਸਾਨੂੰ ਨਾ ਦੇ। ਹੂੰ ਕਿਉਂ? ਕਹਿਣ ਲੱਗੇ ਕੱਲ ਨੂੰ ਸਰਕਾਰ ਨੇ ਸਾਰੀ ਸ਼ਾਦੀ ਹੋਣੀ ਹੈ ਨਾ, ਹੂੰ ਉਹਨਾਂ ਨੇ ਕਹਿਣਾ ਵਲੈਤੀ ਕੱਪੜੇ ਕਿੱਥੋਂ ਲਏ ਤੁਸੀਂ? ਹਾਂ ਮੈਂ ਕਿਹਾ ਉਹਦਾ ਮੇਰੇ ਕੋਲ ਇੰਤਜ਼ਾਮ ਹੈ, ਹੂੰ ਮੈਂ ਦੱਸ ਦਿਆਂਗਾ। ਮੇਰਾ ਜਿਹੜਾ ਦਫ਼ਤਰ ਦਾ ਕਾਰਡ ਸੀ ਨਾ ਇੰਟੀਰੀਅਰ ਦਾ, ਅੱਛਾ ਉਹਦੀਆਂ ਫੋਟੋ 2-3 ਕਰਾਈਆਂ ਸੀ। ਅੱਛਾ ਮੈਂ ਕਿਹਾ ਜਿਹੜਾ ਸਰਦਾਰ ਕੋਈ ਸਰਕਾਰੀ ਆਦਮੀ ਹੈ ਨਾ, ਉਹਨੇ ਕੋਈ ਇਹ ਦਿੱਤਾ ਹੈ। ਹੂੰ ਨਹੀਂ ਕਿਸੇ ਨੇ ਪੁੱਛਿਆ। ਹੂੰ ਪਿਆਰ ਦੀ ਸਦਾ ਦੀ ਇੰਤਹਾ ਹੈ ਹਲੇ ਤੱਕ। ਹੂੰ ਹਰ ਰੋਜ਼ ਰਾਤ ਨੂੰ ਸੌਣ ਲੱਗਾ ਹੂੰ ਵੀ ਖਾਸ਼ ਇਹ ਹੈ ਵੀ ਇੱਕ ਦਫਾ ਫਿਰ ਦੇਖੇ, ਹਾਲਾਂਕਿ ਹੈ ਨਹੀਂ ਉੱਥੇ ਕੁਝ ਵੀ। ਹਾਂ ਯਾਨੀ ਉਹ ਧਰਤੀ ਪਿਆਰੀ ਲੱਗਦੀ ਹਾਏ ਹੈ, ਹਾਏ ਹਾਏ ਉਹ ਧਰਤੀ ਪਿਆਰੀ ਲੱਗਦੀ ਹੈ। ਹੁਣ ਉਹ ਬੰਦੇ ਜਿਹੜੇ ਸੀ ਉਹ ਪਿਆਰੇ ਲੱਗਦੇ ਸੀ ਕਿ ਜਿਨ੍ਹਾਂ ਨੇ ਸਾਨੂੰ ਕੁਝ ਵੀ ਨਹੀਂ ਕਿਹਾ, ਹੂੰ ਕੋਈ ਨੁਕਸਾਨ ਨਹੀਂ ਸਾਡਾ ਹੈ, ਬਿਲਕੁਲ ਕੋਈ ਆਦਮੀ ਨਹੀਂ ਸਮਝਿਆ। ਜਿਹੜੇ ਘਰ-ਦਰ ਛੱਡ ਕੇ ਹੂੰ ਤੇ ਫਿਰ ਜਦੋਂ ਹੈਲਪਰ ਆਏ ਆ ਹੂੰ ਇੱਥੇ ਵੀ ਸਾਲ ਤੱਕ ਰੱਜ ਕੇ ਰੋਟੀ ਨਹੀਂ ਸੀ ਖਾਧੀ, ਓਏ ਹੋਏ ਕੁਛ ਨਹੀਂ ਸੀ। ਕੈਂਪ ਦੇ ਵਿੱਚ ਸਾਨੂੰ ਚਾਵਲ ਦਿੰਦੇ ਸੀ, ਕਿੰਨੇ ਕੁ ਦਿਨ ਖਾਂਦੇ ਰਹੇ। ਹੂੰ ਰੋਟੀ ਨੂੰ ਤਰਸ ਗਏ ਅਸੀਂ, ਹੂੰ ਲੇਕਿਨ ਹੌਸਲਾ ਇਹ ਹੋਇਆ ਫਿਰ ਕਿ ਇਹ ਧਰਤੀ ਜਿਹੜੀ ਨਾ ਪਾਕ ਹੈ, ਹੂੰ। ਬੰਦੇ ਸਾਰੇ ਉਹ ਸਭ ਗੱਲ ਐਵੇਂ ਸੀ। ਜਿਹੜੇ ਲੋਕਲ ਇੱਥੇ ਬੰਦੇ ਸੀ ਉਹਨਾਂ ਨੇ ਸਾਡੇ ਨਾਲ ਪਿਆਰ ਨਹੀਂ ਕੀਤਾ, ਸਿੱਖਾਂ ਨੇ ਪਿਆਰ ਕਰ ਲਿਆ ਸੀ। ਇੱਥੇ ਲੋਕ ਤੁਹਾਨੂੰ ਮਹਾਜਰ ਸਮਝਦੇ ਰਹੇ, ਮਹਾਜਰ ਹੈ, ਪਨਾਹਗੀਰ, ਪਨਾਹਗੀਰ। ਪਨਾਹਗੀਰ ਸਮਝਦੇ ਸੀ। ਵਿੱਚ ਬੜੇ ਦਾਨਾ ਸੀ, ਐਸ ਐਗਰੀਕਲਚਰ ਯੂਨੀਵਰਸਿਟੀ ਦਾ ਇੱਕ ਪ੍ਰਿੰਸੀਪਲ ਸੀ, ਉਹ ਤਾਂ ਕਾਲਜ ਸੀ ਇਹ। ਉਹ ਸਾਈਕਲ ਤੇ ਲੰਘਦਾ ਹੁੰਦਾ ਸੀ, ਉਹਦਾ ਅਗਲਾ ਪਿੰਡ ਸੀ ਸਾਡਾ ਚੂੜਵਾ ਜਾਂਦਾ ਸੀ। ਉਹਨੇ ਕਹਿਣਾ ਚੌਧਰੀ ਸਾਹਿਬ ਘਬਰਾਓ ਨਾ, ਹੂੰ ਅੱਜ ਤੁਸੀਂ ਗਰੀਬ ਹੋ, ਕੱਲ ਨੂੰ ਸਾਡੇ ਨਾਲੋਂ ਵੀ ਸ਼ਾਇਦ ਤਕੜੇ ਹੋ ਜਾਓ। ਹੂੰ ਔਰ ਹੋਈ ਉਹੀ ਗੱਲ, ਹੂੰ ਉਹ ਮਾੜੇ ਅਸੀਂ ਤਗੜੇ। ਹੂੰ ਅੱਲਾ ਨੇ ਸਹੂਲਤ ਦੇ ਦਿੱਤੀ। ਹੂੰ ਬੇਟੇ ਤੁਹਾਨੂੰ ਤੇ ਉਹ ਜਿਹੜਾ ਬੀਬੀ ਦਾ ਤੁਸੀਂ ਨਾਂ ਲਿਆ, ਉਹ ਵੀ ਤੇ ਤੁਹਾਨੂੰ ਦੁਆਵਾਂ ਕਰਦੇ ਸੀ ਨਾ, ਥਾਣੇਦਾਰ ਲੱਗ ਮੈਂ ਜਾਏ। ਕਹਿੰਦਾ ਉਹ ਉੱਥੇ ਉੱਠ ਕੇ ਖੜੀ ਹੋ ਗਈ, ਇਹ ਭਗਵਾਨ ਯਾਨੀ ਮੇਰੀ ਜ਼ਿੰਦਗੀ ਬੇਸ਼ੱਕ ਤੂੰ ਹੁਣ ਲੈ ਲਾ, ਮੇਰਾ ਪੁੱਤਰ ਮੈਨੂੰ ਮੇਰਾ ਨਛੱਤਰ ਮਿਲ ਗਿਆ। ਹਾਏ ਹਾਏ ਮੇਰੀ ਬੜੀ ਖੁਆਇਸ਼ ਸੀ, ਹੂੰ ਉਹਨੇ ਮੇਰੇ ਜਿਸਮ ਦਾ ਕੋਈ ਹਿੱਸਾ ਨਹੀਂ ਛੱਡਿਆ ਜਿਹੜਾ ਚੁੰਮਿਆ ਨਾ ਹੋਵੇ। ਹਾਏ ਬੱਚਿਆਂ ਨੂੰ ਕਹੇ ਪਰਾਂ ਹੋ ਜਾਓ, ਦੂਸਰੇ ਬੰਦੇ ਨੂੰ ਪਰਾਂ ਹੋ ਜਾਓ, ਹੂੰ ਤੁਸੀਂ ਹੱਥ ਨਹੀਂ ਲਾਉਣਾ, ਹੂੰ ਭਿੱਟ ਹੋ ਜਾਏਗਾ। ਅਸੀਂ ਨਹੀਂ ਜੀ ਇਹ ਕਰਦੇ ਹੋਏ। ਹੂੰ ਉਹ ਕਹਿੰਦੇ ਤੁਸੀਂ ਨਾ ਕਹੋ। ਕਰੋ ਉਹਨੇ ਧੋਬੀ ਦੇ ਉੱਤੇ ਖੇਸ ਲਿਆ ਕੇ ਵਿਛਾਏ ਹੂੰ ਚਾਰਪਾਈ ਤੇ, ਹੂੰ ਨਮਾਜ਼ ਪੜ੍ਹਨ ਵਾਸਤੇ ਨੇ ਲੋਟਾ ਦਿੱਤਾ। ਹੂੰ ਨਮਾਜ਼ ਪੜ੍ਹ ਕੇ ਮੈਂ ਪਿੱਛੇ ਦੇਖਿਆ ਹੂੰ ਤਾਂ ਬੱਚੇ ਬੁੜੀਆਂ ਬੰਦੇ ਉਹ ਇਕੱਠੇ ਹੋਏ ਸਾਰੇ। ਇਹ ਕੀ? ਉਹ ਫਿਰ ਚਿੰਤੀ ਆਈ, ਕਹਿੰਦੇ ਨਛੱਤਰ ਇਹਨਾਂ ਸਾਰਿਆਂ ਨੂੰ ਫੂਕ ਮਾਰ ਦੇ, ਅੱਛਾ ਇਹਨਾਂ ਦੀ ਸਾਰੀਆਂ ਬਿਮਾਰੀਆਂ ਦੂਰ ਹੋ ਜਾਣੀ। ਇਹ ਅਕੀਦਾ ਸੀ ਉਹਨਾਂ ਦਾ। ਹੂੰ ਮੈਂ ਕਿਹਾ ਮੈਂ ਘਰ ਨਹੀਂ ਕਿਸੇ ਨੂੰ ਫੂਕ ਮਾਰੀ। ਮਤਲਬ ਇਹ ਹਾਂਜੀ ਉਹਨੇ ਇੰਨਾ ਖੁਸ਼ ਹੋਈ ਹੈ, ਮੈਂ ਦੱਸ ਨਹੀਂ ਸਕਦਾ, ਇੰਨਾ ਖੁਸ਼ ਹੋਈ ਸਾਨੂੰ ਇਤਮਾਨ ਰਿਹਾ। ਨਹੀਂ ਮੈਂ ਇਹ ਗੱਲ ਕਰ ਰਿਹਾ ਸੀ ਕਿ ਉਹਨਾਂ ਨੇ ਵੀ ਤੇ ਤੁਹਾਨੂੰ ਦੁਆਵਾਂ ਦਿੱਤੀਆਂ ਸੀ ਕਿ ਦਿੱਤੀਆਂ। ਥਾਣੇਦਾਰ ਲੱਗ ਜਾਓ। ਹਾਂ ਉਹਦੇ ਦੁਆਵਾਂ ਦਿੱਤੀਆਂ ਤਾਂ ਮੈਂ ਆ ਕੇ ਤਾਲੀਮ ਹਾਸਲ ਕੀਤੀ, ਹੂੰ ਆਲਾ ਨੌਕਰੀ ਮਿਲੀ ਮੈਨੂੰ। ਮੈਂ ਹੁਣ ਤੱਕ ਯਾਦ ਆਉਂਦਾ ਕਿ ਉਹ ਚਿੰਤੀ ਨੇ ਕਿਹਾ ਸੀ ਇਹ ਥਾਣੇਦਾਰ ਬਣੇਗਾ। ਚਿੰਤੀ ਵੀਰ ਸਿੰਘ ਦੀ ਘਰ ਵਾਲੀ ਸੀ। ਵੀਰ ਸਿੰਘ ਦੀ, ਅੱਛਾ ਉਹ ਸਾਡੇ ਉੱਥੇ ਹੁੰਦੇ ਹੀ ਫੌਤ ਹੋ ਗਿਆ ਸੀ। ਅੱਛਾ ਉਹਦੇ ਔਲਾਦ ਕੋਈ ਨਹੀਂ ਸੀ ਹੋਈ। ਹੂੰ ਮੋਦਨ ਮੋਹਨ ਹਾਂ ਇਹਨਾਂ ਦੇ। ਫਿਰ ਉਹ ਚਿੰਤੀ ਨੇ ਭਤੀਜੀ ਆਪਣੀ ਦੀ ਸ਼ਾਦੀ ਕੀਤੀ ਭਾਗ ਸਿੰਘ ਨਾਲ। ਹੂੰ ਭਾਗ ਸਿੰਘ ਹੈਗਾ ਹਾਲੇ ਵੀ। ਅੱਛਾ ਅੱਛਾ ਇਹਨਾਂ ਨਾਲ ਕੋਈ ਰਾਬਤਾ ਵੀ ਹੈ ਜਾਂ ਹਾਂ ਨਹੀਂ, ਰਾਬਤਾ? ਰਾਬਤਾ ਮੈਂ 2 ਦਫਾ ਗਿਆ ਉੱਥੇ। ਅੱਛਾ ਬਸ ਉਹੀ ਰਾਬਤਾ ਸੀ, ਕਦੇ ਉਹੀ ਕੋਈ ਰਾਬਤਾ ਫੋਨ ਹੈ। ਤੇ ਗੱਲ ਨਹੀਂ ਹੋਈ? ਨਾ ਨਹੀਂ, ਖਤੋ ਖਤਾਬਤ ਕੋਈ ਨਹੀਂ ਕੀਤੀ, ਕੋਈ ਨਹੀਂ ਕੀਤੀ। ਕੋਈ ਨਹੀਂ ਕੀਤੀ। ਅੱਛਾ 47 ਦੀ ਮੈਂ ਇੱਕ ਵਾਰੀ ਫਿਰ ਤੁਹਾਨੂੰ 47 ਵਿੱਚ ਲੈ ਕੇ ਜਾਣਾ ਚਾਹ ਰਿਹਾ, ਕਿਉਂਕਿ ਜਿਸ ਤਰ੍ਹਾਂ ਤੁਸੀਂ ਕਹਾਣੀ ਸੁਣਾਈ ਮੈਨੂੰ ਲੱਗ ਰਿਹਾ ਸੀ ਕਿ ਮੈਂ ਜਿਸ ਤਰ੍ਹਾਂ ਤੁਹਾਡੇ ਨਾਲ ਹਾਂ। ਪਿੰਡ ਦਾ ਕੀ ਮਾਹੌਲ ਸੀ? ਪਿੰਡ ਦੇ ਉੱਪਰ ਹਮਲਾ ਹੋਇਆ, ਤੁਸੀਂ ਆਪ ਨਿਕਲੇ, ਕੱਢਿਆ ਗਿਆ, ਕੀ ਮਾਹੌਲ ਸੀ? ਪਿੰਡ ਦੇ ਵਿੱਚ ਸਿਰਫ ਸੁਣਾ ਕੇ ਰਾਤ ਨੂੰ ਪਹਿਰਾ ਲਾਉਂਦੇ ਸੀ, ਹੂੰ ਲੇਕਿਨ ਸਾਡੇ ਪਿੰਡ ਤੇ ਹਮਲਾ ਕਿਸੇ ਨੇ ਨਹੀਂ ਕੀਤਾ। ਹੂੰ ਇੱਥੋਂ ਤੱਕ ਹੋਇਆ ਹੂੰ ਕਿ ਇੱਕ ਬੱਚਾ ਬਾਹਰ ਖੇਤਾਂ 'ਚ ਲੜ ਪਿਆ ਆਪਸ ਵਿੱਚ, ਹੂੰ ਉਹਨੇ ਕੋਈ ਸਿਰ ਮਾਰਿਆ, ਮਰ ਗਿਆ ਬੱਚਾ। ਹੂੰ ਤੇ ਮੁਸਲਮਾਨ ਘਬਰਾ ਗਏ ਅੱਛਾ ਵੀ ਪੜਿਆਂ ਸਿੱਖਾਂ ਨੇ ਦੂਜੇ ਲੋਕਾਂ ਨੂੰ ਵੀ ਸੱਦ ਲੈਣਾ, ਹੂੰ। ਉਹਨਾਂ ਨੇ ਸਾਡੇ ਤੇ ਹਮਲਾ ਕਰਨਾ। ਸਿੱਖਾਂ ਦਾ ਬਾਲ ਮਰ ਗਿਆ ਸੀ। ਹਾਂ, ਲੇਕਿਨ ਉਹਨਾਂ ਨੇ ਹਮਲਾ ਕੀਤਾ ਨਹੀਂ। ਹੂੰ ਸਾਡੇ ਪਿੰਡ ਦੇ ਵਿੱਚ ਕੋਈ ਬੰਦਾ ਨਹੀਂ ਮਾਰਿਆ ਉਹਨਾਂ ਨੇ। ਹੂੰ
ਲੇਕਿਨ ਜਦੋਂ ਅਸੀਂ ਰਸਤੇ 'ਚ ਚਲੇ ਆਉਂਦੇ ਸੀ ਨਾ, ਹੂੰ ਕਿਤੇ ਸਿੱਖ ਮਰਿਆ ਪਿਆ, ਕਿਤੇ ਮੁਸਲਮਾਨ ਮਰਿਆ ਪਿਆ, ਉਹ ਦੇਖ ਕੇ ਨਾ ਬੰਦਾ, ਬਸ ਦੇਖ ਕੇ ਕਿ ਸੁਣ ਕੇ ਵੀ ਹੂੰ ਉਹ ਹਾਲਾਤ ਵੀ ਜਦੋਂ ਮਈਤ ਪਈ ਆ, ਬਹੁਤ ਸੰਭਾਲਣ ਵਾਲਾ ਕੋਈ ਨਹੀਂ, ਹੂੰ ਉਹਦੇ ਉੱਤੋਂ ਦੀ ਲੰਘ ਰਹੇ ਆ, ਹਾਂ। ਆਪਾਂ ਕਿੱਥੇ ਗਏ? ਆ ਕੇ ਅੱਲਾਹ ਦਾ ਹੁਣ ਵੀ ਆਸਾਨ ਹੈ ਕਿ ਸੋਚੀਆਂ ਕਰਨੀਆਂ ਤਕਲੀਫਾਂ ਝੱਲੀਆਂ, ਹੂੰ ਉਹਨਾਂ ਹੀ ਸਾਨੂੰ ਅੱਲਾਹ ਨੇ ਰਿਜ਼ਕ ਦਿੱਤਾ। ਰਿਜ਼ਕ ਉਹ ਰਿਜ਼ਕ ਦੇਈ ਜਾਂਦਾ ਹੈ, ਉਹੀ ਰਿਜ਼ਕ ਤੁਹਾਨੂੰ ਦਿੰਦਾ, ਉਹਨੇ ਇਹਦਾ ਸਿੱਖ ਕਰਨੇ, ਉਹਨੇ ਆਪਣੇ ਜ਼ਿੰਮੇ ਲਿਆ ਹੋਇਆ ਮਖਲੂਕ ਨੂੰ। ਮਖਲੂਕ ਨੂੰ ਰਿਜ਼ਕ ਮੈਂ ਦੇਣਾ, ਰਿਜ਼ਕ ਤੁਹਾਡੇ ਮਗਰ ਮਗਰ ਪਿੱਛੇ ਫਿਰੇਗਾ, ਇਹਦੇ 'ਚ ਕੋਈ ਸ਼ੱਕ ਨਹੀਂ, ਕੋਈ ਸ਼ੱਕ ਨਹੀਂ। ਕੋਈ ਸ਼ੱਕ ਨਹੀਂ ਇਹਦੇ 'ਚ। ਹੂੰ ਨਾ ਉਹਦਾ ਆਪਣਾ ਧੀ, ਨਾ ਪੁੱਤ, ਨਾ ਭੈਣ, ਨਾ ਭਰਾ, ਕੱਲ ਬਾਦ। ਹੂੰ ਲੇਕਿਨ ਮਖਲੂਕ ਨੂੰ ਅਸ਼ਰਫ ਮਖਲੂਕ ਆ, ਮੈਂ ਵੀ ਨਬੀ ਦੀ ਔਲਾਦ ਆ, ਤੁਸੀਂ ਵੀ ਨਬੀ ਦੀ ਔਲਾਦ ਹੋ, ਹੂੰ ਤੁਸੀਂ ਵੀ ਨਬੀ ਦੀ ਔਲਾਦ ਹੋ। ਸਿਆਣੇ ਕਹਿੰਦੇ ਸੀ ਵੀ ਔਲਾਦ ਸਾਰੇ ਜਿਹੜੇ ਨਾ ਉਹ ਨਬੀ ਦੀ ਹੈ, ਹੂੰ ਹੋਰ ਤਾਂ ਕੋਈ ਨਹੀਂ ਆਇਆ ਹੂੰ ਨਬੂਵਤ ਦੇ। ਉਹਦਾ ਅੱਗੇ ਮਜ਼ਹਬ ਕੋਈ ਇਖਤਿਆਰ ਕਰ ਲਿਆ, ਕੋਈ ਇਹ ਉਹਨੇ ਅਲੱਗ ਮਸਲਾ ਹੈ, ਲੇਕਿਨ ਔਲਾਦ ਨਬੀ ਦੀ ਹੈ। ਅੱਛਾ, ਜਿਹੜਾ ਤੁਹਾਡੇ ਨਾਲ ਦਾ ਪਿੰਡ ਸੀਗਾ ਜਦੋਂ ਤੁਸੀਂ ਨਿਕਲਣ ਦਏ ਸੀ, ਹਾਂ। ਉਹ ਤੁਹਾਨੂੰ ਕਿਸ ਅੱਖਾਂ ਨਾਲ ਵੇਖ ਰਹੇ ਸੀ? ਉਹ ਪਿਆਰ ਦੀਆਂ ਅੱਖਾਂ ਨਾਲ ਦੇਖਦੇ ਸੀ, ਹੂੰ। ਉਹ ਰੋਂਦੇ ਸੀ ਸਾਨੂੰ ਰੋਕਣ में, ਹੁਣ ਤੁਸੀਂ ਚੱਲੇ ਹੋ ਨਾ, ਹੂੰ ਅਸੀਂ ਛੱਡ ਕੇ ਆਈਏ, ਲੇਕਿਨ ਉਹ ਛੱਡ ਕੇ ਆਉਣ ਵਾਲੀ ਗੱਲ ਜਿਹੜੀ ਨਾ ਉਹ ਗਲਤ ਸੀ ਕਿ ਦੂਸਰੇ ਸਿੱਖਾਂ ਉਹਨਾਂ ਨੂੰ ਮਾਰ ਦੇਣਾ ਸੀ। ਔਖੀ ਸੀ। ਸੰਤ ਸਿੰਘ ਨੇ ਆ ਕੇ ਮੇਰੇ ਵਾਲਦ ਨੂੰ ਕਿਹਾ ਬਈ ਬਹੁਤ ਅੱਛਾ ਫੈਸਲਾ ਕੀਤਾ ਤੁਸੀਂ, ਮੈਨੂੰ ਘਰ ਉਮੀਦ ਸੀ ਫਲਾਨਾ ਬੰਦਾ ਕਿੱਥੇ, ਫਲਾਨਾ ਬੰਦਾ ਕਿੱਥੇ ਹੈ, ਹੂੰ ਤੇ ਤਾਲਕ ਕਿਸੇ ਨੇ ਮੰਨਣਾ ਨਹੀਂ ਹੈ, ਹੂੰ ਇਹ ਤੁਹਾਡਾ ਤਾਲਕ ਸਾਡੇ ਨਾਲ ਹੈ, ਤੇ ਤੁਹਾਡੇ ਨੂੰ ਮੈਂ ਇਸ ਕਹਿਣਾ ਵੀ ਜਿੰਨੀ ਜਲਦੀ ਹੋ ਸਕਦੀ ਹੈ ਨਾ ਨਿਕਲ ਜਾਓ। ਨਿਕਲ ਸਾਡੇ ਪਿੰਡ 'ਚ ਕੋਈ ਵੀ ਕਿਸੇ ਨੂੰ ਜ਼ਖਮ ਤੱਕ ਨਹੀਂ ਆਇਆ। ਰਸਤੇ ਵਿੱਚ ਜਦੋਂ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਟ੍ਰੇਨ ਦੇ ਉੱਪਰ ਫਾਇਰਿੰਗ ਹੋਈ, ਉਹਦੇ ਵਿੱਚ ਕੋਈ ਤੁਹਾਡੇ ਜੀ ਜਾਂ ਨਹੀਂ। ਕਿਸੇ ਹੋਰ ਨੁਕਸਾਨ ਪਹੁੰਚਿਆ ਹੋਵੇ? ਉੱਥੇ ਦੂਸਰੇ ਜਿਹੜੀ ਕਮਿਊਨਿਟੀ ਸੀ ਨਾ, ਸਿੱਖ ਹਿੰਦੂ, ਹੂੰ ਸਟੇਸ਼ਨ ਤੇ ਜਿਹੜੇ ਸੀ ਨਾ, ਉਹਦੇ 'ਚ ਤਾਂ ਨਹੀਂ ਸੀ ਪਤਾ ਲੱਗਦਾ ਕਿ ਮੁਸਲਮਾਨ ਆ ਕਿ ਸਿੱਖ ਆ ਕੀ, ਉਹਨੇ ਉਡਾਤੇ ਸਾਰੇ। ਹੂੰ ਇਸ ਕਰਕੇ ਉਡਾਤੇ ਵੀ ਅਸੀਂ ਤਾਂ ਸਾਰਿਆਂ ਨੇ ਮਰਨਾ ਹੀ ਮਰਨਾ। ਹੂੰ ਹੂੰ ਉਹ ਵੀ ਇਹ ਤਾਂ ਤਸਲੀਮ ਕਰਦਾ ਸੀ ਕਿ ਆਪਾਂ ਮਰ ਜਾਣਾ, ਹੂੰ ਅਸੀਂ ਜਿਨ ਕੰਨੇ ਸ਼ਹੀਦ ਹੋ ਜਾਣਾ, ਹੂੰ ਇਹਨਾਂ ਨੂੰ ਮੈਂ ਛੱਡਣ ਨਹੀਂ ਲੱਗਾ। ਹੂੰ ਉਹਨੇ ਮੌਕਾ ਉੱਤੇ ਵੀ ਚਲੇ ਜੋ ਨਹੀਂ ਗਏ, ਲੇਕਿਨ ਉਹ ਜਦ ਨੱਸ ਗਿਆ। ਹੁਣ ਚੂੰਕਿ ਅਸੀਂ ਟ੍ਰੇਨ ਦੇ ਉੱਤੇ ਬੈਠੇ ਸੀ ਨਾ, ਉੱਥੇ ਅਸੀਂ ਦੇਖ ਰਹੇ ਸੀ ਲੋਕ ਦੌੜੇ ਜਾ ਰਹੇ ਆ, ਹੂੰ ਦੌੜੇ। ਜਿਹੜਾ ਰੇਲਵੇ ਸਟੇਸ਼ਨ ਦਾ ਪੁਲ ਆ ਨਾ ਉਹਦੇ ਆਪਣੇ ਅੰਮ੍ਰਿਤਸਰ, ਸਾਡੀ ਟ੍ਰੇਨ ਉਹਦੇ ਹੇਠਾਂ ਸੀ ਖੜੀ, ਅੱਛਾ ਨਜ਼ਰ ਆਉਂਦਾ ਸੀ ਸਾਰਾ ਕੁਝ, ਅੱਛਾ ਤੇ ਲੋਕ ਦੌੜੇ ਜਾ ਰਹੇ ਆ। ਹੂੰ ਔਰ ਨਾ ਉਹਨਾਂ ਨੂੰ ਲਾਲਚ ਹੈ ਕਿ ਅਸੀਂ ਕੋਈ ਚੀਜ਼ ਚੱਕ ਲਈਏ, ਸਾਡੇ 'ਚ ਤਾਂ ਹਿੰਮਤ ਹੀ ਨਹੀਂ ਸੀ, ਹੂੰ ਸਾਡੇ 'ਚ ਤਾਂ ਕਿਸੇ ਚੀਜ਼ ਨੂੰ ਖਾਣ ਦੀ ਪੀਣ ਦੀ ਹਿੰਮਤ ਨਹੀਂ ਸੀ। ਉੱਥੇ ਤਕਲੀਫਾਂ ਇੰਨੀਆਂ, ਕਾਫੀ ਦੇਰ ਜਿੰਨਾ ਚਿਰ 47 ਦਾ ਐਲਾਨ ਨਹੀਂ ਹੋਇਆ, ਹੂੰ ਉਹਨੂੰ ਸੁਣਦੇ ਰਹੇ ਵੀ ਉਹ ਉਸ ਪਿੰਡ ਦੇ ਵਿੱਚ ਰਾਤ ਨੂੰ ਇੰਨੇ ਕਤਲੇਆਮ ਹੋ ਗਿਆ। ਹੂੰ ਮੁਹਤਾਤ ਹੋ ਕੇ ਇhtiyat ਦੇ ਤੌਰ ਤੇ ਰਾਤ ਨੂੰ ਬੰਦੇ ਪਹਿਰਾ ਦਿੰਦੇ ਸੀ ਹੂੰ ਵੀ ਕੋਈ ਆ ਨਾ ਜਾਏ। ਲੇਕਿਨ ਚੂੰਕਿ ਪੜਾਣ ਪਿੰਡ ਸਾਡਾ ਜਿਹੜਾ ਸੀ ਨਾ ਨਜ਼ਦੀਕ, ਉਹਦੇ ਵਿੱਚ ਕੋਈ ਸਿੱਖ ਨਹੀਂ ਸਾਡੇ ਕੋਲ ਆਇਆ, ਹਾਂ। ਬਲਕਿ ਸਵੇਰ ਨੂੰ ਖੇਤਾਂ 'ਚ ਜਾਣਾ, ਉਹਨੇ ਕਿਹਾ ਇhtiyat ਰੱਖੋ। ਕੋਈ ਤੁਹਾਡਾ ਬਚਪਨ ਦਾ ਦੋਸਤ ਜਿਹੜਾ ਉੱਥੇ ਸੀਗਾ? ਨਹੀਂ, ਬਚਪਨ ਦੇ ਦੋਸਤੀ ਦੇ ਹੱਦ ਤੱਕ ਮੈਂ ਨਹੀਂ ਇੰਨਾ ਸ਼ੌਕ ਨਹੀਂ ਸੀ। ਹੂੰ ਮੈਂ ਹਾਲਾਂਕਿ 14 ਸਾਲ ਦਾ ਸੀ, ਡੰਗਰ ਚਾਰਨ ਜਾਂਦਾ ਸੀ, ਹੂੰ ਡੰਗਰ ਚਾਰ ਕੇ ਲਿਆਉਂਦਾ ਸੀ। ਦੂਸਰੇ ਪੜੈਣ ਦੇ ਵਿੱਚ ਦੁਕਾਨਾਂ ਸੀ, ਸੌਦਾ ਵੀ ਉੱਥੋਂ ਲੈ ਕੇ ਆਉਂਦਾ ਸੀ। ਹੂੰ ਜਿਸ ਦੇ ਨਜ਼ਦੀਕ ਸਾਡੇ ਆਲੀਆ ਸੀ, ਅਸੀਂ ਉਹਨੂੰ ਬਾਜ਼ੀ ਕਹਿੰਦੇ, ਬਾਜ਼ੀ ਪੈਂਦੇ ਭਲਵਾਨ ਪਹਿਲਵਾਨ। ਸਾਲਾ ਹਿਮਾਜ, ਉਹ ਦੇਖਣ ਜਾਣਾ। ਹੂੰ ਲੁਧਿਆਣੇ ਰੌਸ਼ਨੀ ਲੱਗਦੀ ਸੀ, ਇੱਕ ਹੂੰ। ਮੇਲਾ, ਹਾਂਜੀ ਉਹਦਾ ਨਾਮ ਸੀ ਰੌਸ਼ਨੀ। ਅੱਛਾ ਉੱਥੇ ਹਰ ਕਮਿਊਨਿਟੀ ਦੇ ਸਿੱਖ ਮੁਸਲਮਾਨ ਸਭ ਜਾਂਦੇ ਸੀ, ਹੂੰ ਲੇਕਿਨ ਲੜਾਈ ਫਸਾਦ ਕੋਈ ਨਹੀਂ। ਕੋਈ ਨਹੀਂ ਸੀ ਬਿਲਕੁਲ ਕਦੀ 47 ਤੋਂ ਪਹਿਲੇ, ਮਤਲਬ ਕਿ ਇਹ ਗੱਲ ਹੈ ਹੀ ਨਹੀਂ ਸੀ ਕਿ ਨਹੀਂ। ਯਾਰ ਜਾਣਾ ਪੈਣਾ ਇੱਥੋਂ। ਨਹੀਂ, ਪਿਆਰ ਹੀ ਪਿਆਰ। ਪਿਆਰ ਹੀ ਪਿਆਰ ਹੀ ਫਿਰ ਪਿਆਰ। ਫਿਰ 47 ਦੇ ਵਿੱਚ ਐਸਾ ਕੀ ਕੁਛ ਹੋਇਆ, ਇਤਨੀ ਵੱਡੀ ਕਤਲੋ ਵਾਰਤ? ਇਹ ਚੂੰਕਿ ਜੋ ਕੁਝ ਹੋਇਆ ਨਾ, ਹੂੰ ਇਹ ਤਾਂ ਉਸ ਵੇਲੇ ਇੰਨਾ ਸ਼ੌਰ ਨਹੀਂ ਸੀ ਹੂੰ ਵੀ ਕਿਉਂ ਐਸਾ ਹੋਣ ਲਿਆ, ਕਿਉਂ ਵੰਡ ਪਈ ਹੈ। ਹੂੰ ਤੇ ਸਾਨੂੰ ਵੱਡੇ ਜਿਹੜੇ ਸਮਝਾਉਂਦੇ ਸੀ ਆਪਸ ਵਿੱਚ, ਹੂੰ ਉਹਨਾਂ ਦੀ ਖਾਹਿਸ਼ ਇਹੋ ਸੀ ਕਿ ਇਹ ਉੱਥੇ
ਮੁਸਲਮਾਨ ਹੋਣਗੇ। ਇੱਕ ਨਫ਼ਰਤ ਕਿ ਸਿੱਖ ਗਾਏ ਨੂੰ ਮਾਤਾ ਉਹਨੂੰ ਕੁਰਬਾਨੀ ਸੀ ਦੇਣ ਦਿੰਦੇ। ਹਾਂਜੀ ਅਸੀਂ ਲੋਕ ਗਾਏ ਦੀ ਕੁਰਬਾਨੀ ਦਿੰਦੇ ਨਹੀਂ ਸੀ, ਉਹਨਾਂ ਦੇ ਇਹਤਰਾਮ ਦੀ ਖਾਤਰ, ਇਹਨਾਂ ਦੀ ਇਤਨਾ ਉਹਨਾਂ ਦੀ ਇਹਤਰਾਮੀ। ਵੈਸੇ ਸਿੱਖ ਉਹ ਲੋਕ ਸਾਡੇ ਤੇ- ਮਜ਼ਹਬ ਦਾ ਇhtiyat ਕਰਦੇ ਸੀ, ਅਸੀਂ ਉਹਨਾਂ ਦਾ ਕਰਦੇ ਸੀ। ਵੈਸੇ ਸਿੱਖ ਲੋਕ ਤੇ ਨਹੀਂ ਮੰਨਦੇ, ਹਿੰਦੂ ਜ਼ਿਆਦਾ ਮੰਨਦੇ ਆ, ਲੇਕਿਨ ਚਲੋ ਇੱਕ ਪਾਰਟ ਆਫ ਹਿਸਟਰੀ ਹੈ। ਹਾਂ ਤੇ ਅਜੋਕੇ ਸਮੇਂ ਦੇ ਵਿੱਚ, ਅੱਜ ਦੇ ਦੌਰ ਦੇ ਵਿੱਚ ਪਿੰਡ ਚੇਤੇ ਆਂਦਾ, ਹਾਂਜੀ ਪਿੰਡ ਚੇਤੇ ਆਂਦਾ, ਯਾਦ ਆਂਦਾ। ਮੈਂ ਕਹਿੰਦਾ ਇੰਨਾ ਯਾਦ ਆਉਂਦਾ ਕਿ ਕਿੰਨੀ ਉਮਰ ਹੋ ਗਈ, 84 ਸਾਲ ਦੀ, ਉੱਥੇ ਦੇ ਇੱਕ ਜ਼ਰਾ ਜ਼ਮੀਨ ਦਾ ਉਹ ਜ਼ਿਹਨ ਚ ਆਉਂਦਾ ਹੈ ਅੱਛਾ ਵੀ ਉੱਥੇ ਮੈਂ ਡੰਗਰ ਚਾਰਦਾ ਸੀ, ਉੱਥੇ ਮੈਂ ਖੇਡਦਾ ਸੀ, ਉੱਥੇ ਇਹ ਸੀ, ਛੱਪੜ ਸੀ, ਆ ਪਾਣੀ ਇੱਧਰ ਸੀ, ਉਹ ਖੂਹ ਤੋਂ ਲੈ ਕੇ ਆਉਂਦੇ ਸੀ। ਉਹ ਦੁਬਾਰਾ ਦੇਖਣ ਦੀ ਖਾਹਿਸ਼ ਇਹ ਪੈਦਾ ਹੁੰਦੀ ਹੈ ਕਿ ਇਹਨੂੰ ਦੇਖ ਕੇ ਉਹਦੀ ਜ਼ਿਆਰਤ ਕਰਕੇ ਰੱਜ ਨਹੀਂ ਹੁੰਦਾ। ਰੱਜ ਨਹੀਂ ਹੁੰਦਾ। ਦੇਖੇ ਆ 2 ਦਫਾ, ਫਿਰ ਵੀ ਰੱਜ ਨਹੀਂ ਆਉਂਦਾ। ਉਹ ਧਰਤੀ ਨਾਲ ਪਿਆਰ, ਮਾਤਾ ਧਰਤੀ ਉਹ ਜਿਹੜੀ ਸੀ ਨਾ ਉਹ ਭੁੱਲਦੀ ਨਹੀਂ। ਧਰਤੀ ਮਾਂ, ਉਹ ਧਰਤੀ ਮਾਂ ਭੁੱਲਦੀ ਨਹੀਂ ਹੈ। ਮੈਂ ਕਹਿੰਦਾ ਮੈਂ ਉੱਥੇ ਰਹਿ ਕੇ ਰੇਤ ਨੂੰ ਜਿੱਥੇ ਕਰਦੇ ਉਹ ਰੇਤ ਨੂੰ ਮੈਂ ਐਸਾ ਕਰਾਂ। ਵੈਸੇ ਮਿਸਾਲ ਤੌਰ ਤੇ ਤੁਸੀਂ ਇਕੱਲੇ ਬੈਠੇ ਹੋ, ਦਿਮਾਗ ਐ ਪਹੁੰਚ ਜਾਂਦਾ ਉਹ ਉਸ ਦੌਰ ਦੇ ਵਿੱਚ ਜਿਹੜਾ ਤੁਸੀਂ ਟ੍ਰੇਨ ਦੇ ਉੱਪਰ ਬੈਠੇ ਹੋ, ਜਿਹੜੀ ਕਤਲੋ ਗਾਰਤ ਵੇਖੀ, ਉਹ ਸਾਰੀ ਅੱਖਾਂ ਮੂਹਰੇ ਆ ਜਾਂਦੀ। ਬਿਲਕੁਲ ਸਾਹਮਣੇ ਆਉਂਦੀ ਹੈ, ਇੱਕ ਇੱਕ ਚੀਜ਼ ਆਉਂਦੀ ਹੈ। ਜਿਸ ਵੇਲੇ ਅਸੀਂ ਲੁਧਿਆਣਾ ਜਲੰਧਰ ਪਹੁੰਚੇ ਆ, ਤਕਰੀਬਨ 4 ਵਜੇ ਦਾ ਟਾਈਮ ਸੀ, ਤੇ ਬੱਚੇ ਉੱਥੇ ਹਾਕੀ ਖੇਡਦੇ ਸੀ। ਯਾਨੀ ਉਹਨਾਂ ਨੂੰ ਐਡਾ ਫਿਕਰ ਨਹੀਂ ਸੀ ਨਾ ਸਾਨੂੰ ਸੀ ਵੀ ਇਹ ਕੋਈ ਮਸਲਾ ਹੈ ਵੀ ਹੁਣ ਉੱਥੇ ਚੱਲਣ ਫੇਰ ਆ ਜਾਵਾਂਗੇ। ਜ਼ਿਹਨ ਚ ਇਹ ਸੀ, ਇਹ ਚੀਜ਼ ਸੀ, ਇਹ ਜ਼ਿਹਨ ਚ ਹੈ ਹੀ ਨਹੀਂ ਸੀ ਕਿ ਦੁਬਾਰਾ ਨਹੀਂ ਆਉਣਾ। ਵੈਸੇ ਅੱਜ ਦੇ ਹਾਲਾਤ ਕੀ ਵੇਖਦੇ ਹੋ? ਵੇਲਾ ਉਹ ਚੰਗਾ ਸੀ ਜਾਂ ਅੱਜ ਦਾ ਵੇਲਾ ਚੰਗਾ? ਦੇਖੋ ਵੇਲਾ ਉਹ ਚੰਗਾ ਸੀ, ਅੱਜ ਆਪਾਂ ਉਹਦੇ ਵਿੱਚ ਤਰੱਕੀ ਕਰ ਪਿਆਰ ਰਹੇ, ਬੜਾ ਸੀ, ਪਿਆਰ ਬੜਾ ਸੀ, ਉਹਦੇ ਚ ਪਿਆਰ ਬੜਾ ਸੀ। ਇੱਕ ਤਮੀਜ਼ ਸਿੱਖ ਦੀ, ਮੁਸਲਮਾਨ ਦੀ, ਹਿੰਦੂ ਦੀ ਬਿਲਕੁਲ ਕੋਈ ਨਹੀਂ ਸੀ। ਚੰਦੀ ਚਮਾਰ ਹੁੰਦਾ ਸੀ ਅੱਛਾ ਪੜੈਣ, ਅੱਛਾ, ਯਾਨੀ ਉਹ ਸਭ ਤੋਂ ਗਰੀਬ ਹੁੰਦਾ ਸੀ। ਜਿਹੜੇ ਚਮਾਰ ਸੀ ਨਾ ਸਭ ਤੋਂ ਗਰੀਬ ਸਮਝਿਆ ਜਾਂਦਾ ਸੀ। ਉਹ ਜਿਹੜਾ ਕੋਈ ਡੰਗਰ ਮਰ ਜਾਂਦਾ ਸੀ ਨਾ, ਮਰੇ ਹੋਏ ਡੰਗਰ ਦੀ ਖੱਲ ਲਾ ਕੇ ਵੇਚਦਾ ਸੀ, ਕਿਉਂਕਿ ਉਹਦੇ ਬਦਬੂ ਆਉਂਦੀ ਸੀ, ਲੇਕਿਨ ਉਹ ਮਿਹਨਤ ਕਰਦਾ ਸੀ। ਉਹ ਚੰਦੀ ਚਮਾਰ ਵੀ ਮੈਨੂੰ ਯਾਦ ਆਉਂਦਾ ਹੈ, ਉਹਨੇ ਲਗੋਟੀ ਪਾਣੀ ਤੇ ਛੁਰੀ ਲੈ ਕੱਟ ਦਿੰਦਾ ਸੀ, ਮੈਨੂੰ ਉਹ ਵੀ ਯਾਦ ਆਉਂਦਾ ਹੈ। ਜੇ ਉਹ ਤੀਆਂ ਸੀ, ਜਿਸ ਲੜਕੀ ਨੇ ਮੈਨੂੰ ਨਾਲ ਆਪਣੇ ਝੂਟੇ ਦਿੱਤੇ ਨਾ, ਉਹ ਨਹੀਂ ਜ਼ੇਨ ਚੋਂ ਨਿਕਲਦੀ। ਕੀ ਨਾਂ ਸੀ ਉਹਦਾ? ਨਾ ਸੁਰਿੰਦਰ ਕੌਰ। ਸੁਰਿੰਦਰ ਕੌਰ। ਹਾਂ, ਉਹਨਾਂ ਨੇ ਘੱਗਰੀਆਂ ਪਾਈਆਂ ਹੁੰਦੀਆਂ ਸੀ। ਹਾਂ, ਦੂਜੇ ਸਿੱਖ ਉਹਦੇ ਬੰਦਿਆਂ ਨੂੰ ਇਸ ਕਰਕੇ ਨਹੀਂ ਜਾਂਦੇ, ਜਦੋਂ ਹੁਲਾਰਾ ਪੈਂਦਾ ਸੀ ਨਾ ਪੀਂਘ ਦਾ, ਤੇ ਉਹ ਕੱਪੜੇ ਤਾਂ ਹਵਾ ਨਾ ਹੋ ਜਾਂਦੇ ਸੀ, ਉਧਰ ਜਾਣ ਨਹੀਂ ਦਿੰਦੇ। ਸਿਰਫ ਉਹਨਾਂ ਨੇ ਫਿਰ ਮਿੱਠੇ ਗੁਲਗੁਲੇ ਜਿਹੜੇ ਸੀ ਨਾ ਉਹ ਖਾਣੇ, ਅਸੀਂ ਵੀ ਖਾਂਦੇ ਰਹੇ। ਸਾਡਾ ਤਿਉਹਾਰ ਉਹ ਮਨਾਉਂਦੇ ਰਹੇ ਇਹਤਿਆਤਨ, ਮਤਲਬ ਉਹ ਨਹੀਂ ਇਹਤਿਆਤ ਕਰੇ। ਇਹਨਾਂ ਦਾ ਕੋਈ ਆ ਜਾਂਦਾ ਸੀ, ਦੀਵਾਲੀ ਆ ਗਈ, ਹਾਂਜੀ ਪਰਸੋਂ ਦੀਵਾਲੀ ਲੰਘੀ ਹੈ। ਹਾਂ, ਤੇ ਸਿੱਖਾਂ ਦੋਵੇਂ ਇੱਕ ਦੂਸਰੇ ਦਾ ਖਾਣਾ ਵੀ ਸੀ, ਪਰਹੇਜ਼ ਨਹੀਂ ਸੀ ਕਰਦੇ। ਉਹ ਇੰਨਾ ਪਿਆਰ ਸੀ। ਹਾਏ ਹਾਏ। ਅਸੀਂ ਚੂੰਕਿ ਸਾਡੇ ਰਾਉਂਡ ਅਬਾਊਟ ਜਿਹੜਾ ਨਾਲ ਸੀ ਨਾ ਕਮਿਊਨਿਟੀ, ਉਹ ਸਿਰਫ ਮੁਸਲਮਾਨਾਂ ਦੀ ਜ਼ਿਆਦਾ ਸੀ, ਸਿੱਖਾਂ ਦਾ ਇੱਕੋ ਪਿੰਡ ਸੀ। ਉਹ ਇੰਨੇ ਤਾਲੁਕਾਤ ਇੱਕ ਦੇ ਮੇਰੇ ਨਾਲ, ਦੂਜੇ ਦੇ ਉਹਦੇ ਨਾਲ, ਜਿਸ ਤਰ੍ਹਾਂ ਰਿਸ਼ਤੇਦਾਰ ਹੁੰਦੇ ਆ। ਸ਼ਾਦੀ ਆ ਘਰ ਬੁਲਾਉਂਦੇ ਸੀ ਉਹਨਾਂ ਨੂੰ। ਉਹ ਪਿਆਰ ਵੀ ਹੁਣ ਤੱਕ ਯਾਦ ਰਹਿੰਦਾ। ਜੇ ਉਹ ਪਿਆਰ ਨਾ ਜਾਂ ਮੈਨੂੰ ਕੀ ਪਤਾ ਉੱਥੇ ਕੌਣ ਰਹਿੰਦਾ ਹੁਣ ਕੌਣ ਨਹੀਂ, ਮੈਂ ਤਾਂ ਪੁਰਾਣਾ ਨਾਂ ਦੱਸਦਾ। ਲੇਕਿਨ ਜਦੋਂ ਮੈਂ ਉਹ ਧਰਤੀ ਉਸ ਤੇ ਪਹੁੰਚ ਜਾਗਾ ਨਾ, ਮੈਨੂੰ ਇੰਝ ਲੱਗਣਾ ਵੀ ਸਾਰਾ ਕੁਝ ਮੇਰਾ ਵਕਾ, ਸਾਰਾ ਕੁਝ ਮੇਰਾ। ਤੁਸੀਂ ਯਕੀਨ ਕਰ ਲਿਓ ਕਿ ਮੈਂ ਕਈ ਦਫਾ ਰਾਤ ਨੂੰ ਇਹ ਗੱਲ ਸੋਚ ਕੇ ਦਿਮਾਗ 'ਚ ਮੈਂ ਰੋਣ ਲੱਗ ਪੈਂਦਾ ਵੀ ਦੇਖੋ ਸਾਡੇ ਤੇ ਪਾਬੰਦੀ ਇਹ ਹੈ ਕਿ ਅਸੀਂ ਉੱਥੇ ਜਾ ਨਹੀਂ ਸਕਦੇ। ਇਸ ਤੇ ਪਾਬੰਦੀ ਆ ਸਾਡੇ ਤੇ, ਅਸੀਂ ਜਾ ਨਹੀਂ ਸਕਦੇ। ਪਿੰਡ ਸਾਡੇ ਆਵਾਜ਼ ਦੀਆਂ ਕਬਰਾਂ, ਉੱਥੇ ਗਿਆ ਮੈਂ। ਲੇਕਿਨ ਉਹਨਾਂ ਨੇ ਇੰਨੀ ਇੱਜ਼ਤ ਬਣਾਈ ਕਿ ਕਬਰਸਤਾਨ ਦੇ ਇਰਦ ਗਿਰਦ ਨਾ ਛੋਟੀ ਛੋਟੀ ਦੀਵਾਰ ਕਰਕੇ ਉਹ ਤੇ ਕਬਰ
ਇੱਕੋ ਜਿਹਾ ਬਣਿਆ, ਕਬਰ ਦਾ ਨਿਸ਼ਾਨ ਹੀ ਕੋਈ ਨਹੀਂ। ਅੱਛਾ। ਉਹ ਜਿਹੜਾ ਇੱਕ ਬਜ਼ੁਰਗ ਉੱਥੇ ਸੀ, ਦਰਗਾਹ ਬਣੀ ਹੋਈ ਸੀ ਨਾ, ਉਹਦੇ ਦੀ ਕਬਰ ਦੀ ਸ਼ਕਲ ਨਹੀਂ ਸੀ ਬਣੀ। ਉਹ ਪੈ ਗਿਆ, ਬਜ਼ੁਰਗ ਦੱਸਦੇ ਸੀ ਵੀ ਮੈਂ ਪੈ ਜਾਣਾ ਤੇ ਤੁਸੀਂ ਕਬਰ ਨਾ ਮੇਰੀ, ਮੇਰੇ ਬੱਟੇ ਬੁੱਟੇ ਉਹਦੇ ਇਰਦ ਗਿਰਦ। ਉੱਥੇ ਪੱਥਰਾਂ ਦਾ ਏਡਾ ਢੇਰ ਲੱਗਾ ਹੁੰਦਾ ਸੀ। ਅਸੀਂ ਵੀ ਸਲਾਮ ਕਰਦੇ ਸੀ, ਦੂਸਰੀ ਕਮਿਊਨਿਟੀ ਸੀ, ਸਿੱਖ ਵੀ ਆ ਕੇ ਉੱਥੇ ਮੰਨਤਾ ਮੰਨਦੇ ਸੀ ਕਿ ਅਸੀਂ ਕਹਿੰਦੇ ਤਾਂ ਸਾਡੇ ਨਾਲ ਦੇ ਹੀ ਹੈ। ਹਾਂ, ਉਹ ਇਹ ਸਮਝਿਆ ਜਾਂਦਾ ਸੀ ਵੀ ਜਿਸ ਤਰ੍ਹਾਂ ਸਿੱਖ ਜਾਂ ਅਸੀਂ ਵੀ ਕੋਈ ਨਹੀਂ ਗੱਲ, ਇਹ ਸਾਡਾ ਪੜੋਸੀ ਹੈ, ਹਾਂ, ਇਹ ਫਲਾਨਾ ਸਰਦਾਰ ਹੈ। ਇਹ ਨਹੀਂ ਪਤਾ ਕਿ ਉਹ ਸਾਨੂੰ ਮਜ਼ਹਬ ਦੇ ਲਿਹਾਜ਼ ਨਾਲ ਕਿੰਨਾ ਕੁ ਨਫ਼ਰਤ ਕਰਦੇ ਆ ਜਾਂ ਅਸੀਂ ਕਰਦੇ ਆ, ਇਹ ਪਤਾ ਹੀ ਨਹੀਂ ਸੀ। ਇਹ ਕੋਈ ਤਮੀਜ਼ ਨਹੀਂ ਸੀ। ਸਹੀ। ਵੈਸੇ ਅੱਜ ਜੇ ਅਜੋਕੇ ਸਮੇਂ 'ਚ ਵੇਖੀਏ, ਅੱਜ ਦੇ ਦੌਰ 'ਚ ਜੇ ਅਸੀਂ ਝਾਤੀ ਪਾਈਏ ਤੇ ਸਾਡੀ ਫਿਰ ਨਫ਼ਰਤਾਂ ਕਾਹਦੀਆਂ ਨੇ? ਦੋਵਾਂ ਮੁਲਕਾਂ ਦੀਆਂ ਨਫ਼ਰਤਾਂ ਕਾਹਦੀਆਂ ਨੇ? ਉਹ ਬਤਦਰੀਜ ਹਟਦੀਆਂ ਜਾ ਰਹੀਆਂ। ਕਿਉਂ? ਮੈਂ ਗਿਆ ਜਰਮਨ, ਮੈਸੇ ਇੱਕ ਜਗ੍ਹਾ ਜਿੱਥੇ ਇੱਕ ਨਮਾਇਸ਼ ਹੀ ਲੱਗਦੀ ਹੈ 2 ਸਾਲ ਬਾਅਦ। ਜਿੰਨੀ ਦੁਨੀਆ ਦੇ ਬਿਜ਼ਨਸਮੈਨ ਹੈ ਉੱਥੇ ਬੁੱਕ ਕਰਾਉਂਦੇ ਸਟਾਲ, ਅਸੀਂ ਵੀ ਕਰਾਈਦਾ 2 ਸਾਲ ਬਾਅਦ, ਕਿਉਂਕਿ ਸਾਡਾ ਐਕਸਪੋਰਟ ਨਾਲ ਤਾਂ ਲੱਗਾ। ਮੈਂ ਟ੍ਰੇਨ 'ਚ ਬਹਿ ਕੇ ਵਾਪਸ ਆ ਰਿਹਾ ਸੀ, ਇੱਕ ਨੌਜਵਾਨ ਲੜਕਾ ਮੇਰੇ ਨਾਲ, ਮੈਂ ਤਾਂ ਸਿਆਣਾ ਸੀ, ਉਹ ਬੈਠੇ ਕਹਿੰਦੇ ਕਿ ਪਾਕਿਸਤਾਨ ਦਾ ਹੈ, ਮੁਸਲਮਾਨ? ਮੈਂ ਕਿਹਾ ਮੁਸਲਮਾਨ। ਉਹਨੇ ਸਵਾਲ ਕੀਤਾ ਜਿਸ ਤਰ੍ਹਾਂ ਤੁਸੀਂ ਕਿ ਕਿਆ ਉਹ ਜਿਹੜੀ ਪਾਰਟੀਸ਼ਨ ਹੋਈ ਆ ਉਹ ਸਹੀ ਆ? ਮੈਂ ਕਿਹਾ ਨਹੀਂ। ਉਹਨੇ ਕਿਹਾ ਜੀ ਅਗਰ ਇੰਡੋ ਪਾਕ ਇਸ ਵੇਲੇ ਇਕੱਠਾ ਹੁੰਦਾ ਤੇ ਸੁਪਰ ਪਾਵਰ ਹੁੰਦਾ, ਦੁਨੀਆ ਦਾ ਸੁਪਰ ਪਾਵਰ ਹੁੰਦਾ, ਅਮਰੀਕਾ ਇਹ ਦਿਨ ਸਲਾਮ ਕਰਦਾ ਆ ਕੇ। ਵੰਡ ਪੈ ਗਈ, ਥੋੜੀ ਪੈ ਗਈ, ਬਹੁਤੀ ਪੈ ਗਈ, ਫਰਕ ਪੈ ਗਿਆ। ਲੇਕਿਨ ਜਿਹੜੇ ਲੋਕ ਉਹਨਾਂ ਨੂੰ ਮਿਲਦੇ ਮਿਲਾਉਂਦੇ ਰਹੇ ਆ, ਉਹ ਪਿਆਰ ਉਸੇ ਤਰ੍ਹਾਂ ਚਾਹੇ ਹੋਵੇ ਚਾਹੇ ਨਾ ਹੋਵੇ। ਖੱਤਰੀ ਦਾ ਬੱਚਾ ਰੋਜ਼ਿਆਂ ਦੇ ਵਿੱਚ ਲੁਧਿਆਣੇ ਸੌਦਾ ਅਸੀਂ ਲੈ ਰਹੇ ਆ, ਉਹ ਕੁਰਸੀਆਂ ਕਰਸੀਆਂ ਨਹੀਂ ਹੁੰਦੀ, ਇੱਕ ਇਹਨੇ ਗੱਦੀ ਜੀ ਬਣਾਈ ਹੁੰਦੀ ਸੀ, ਉਸ ਤੇ ਬੈਠਾ ਉਹਦਾ ਹੀ ਲੜਕਾ ਦਰਵਾਜ਼ੇ ਦੇ ਬਾਹਰ ਬੈਠਾ ਅਮਰੂਦ ਖਾਵੇ ਰੋਜ਼ਿਆਂ 'ਚ। ਸਰਦਾਰ ਜੀ ਨੇ ਬੱਟਾ ਚੱਕ ਕੇ ਮਾਰਿਆ ਬੱਚੇ ਨੂੰ, ਬਚ ਗਿਆ ਉਹ। ਲਾਲਾ ਜੀ ਕੀ ਹੋਇਆ? ਕਹਿੰਦਾ ਉਹ ਪੱਠੇ ਨੂੰ ਇਹ ਨਹੀਂ ਪਤਾ ਕਿ ਮੁਸਲਮਾਨਾਂ ਦਾ ਰੋਜ਼ਾ ਹੈ, ਬਾਹਰ ਖਾਂਦਾ ਪਿਆ। ਇੰਨਾ ਇਹਤਰਾਮ ਸੀ। ਹੁਣ ਪਿਆਰ ਤੇ ਖਤਮ ਹੋ ਗਿਆ। ਮੇਰਾ ਦਿਲ ਕਰਦਾ ਸਰਦਾਰ ਜੀ ਦੇ ਕੱਪੜੇ ਅੱਛੇ, ਇਹ ਮੈਂ ਲਾ ਲਵਾਂ, ਇਹ ਭਾਵੇਂ ਮਰ ਜਾਵੇ ਕੁਛ ਹੋਵੇ। ਸਾਡੇ ਹੁਣ ਹੈ ਤਾਂ ਮਖਲੂਕ ਇੱਕੋ ਹੀ ਹੈ, ਮਖਲੂਕ ਤਾਂ ਉਹ ਨਾ, ਉਹਦੇ 'ਚ ਇੰਨੀਆਂ ਨਫ਼ਰਤਾਂ ਪੈਦਾ ਹੋ ਗਈਆਂ। ਲੇਕਿਨ ਅਲਹਮਦੁਲਿਲਾ ਮੈਨੂੰ ਮਹਿਸੂਸ ਹੋ ਰਿਹਾ ਕਿ ਆਹਿਸਤਾ ਆਹਿਸਤਾ ਘਟ ਜਾਣਗੀਆਂ, ਪਿਆਰ ਆ ਜਾਏਗਾ। ਜਦੋਂ ਕਿਧਰੋਂ ਤੰਗੀ ਪਈ ਨਾ ਕਿਸੇ ਨੂੰ, ਇੰਡੀਆ 'ਚ ਪੈ ਜਾਏ ਜਾਂ ਪਾਕਿਸਤਾਨ 'ਚ ਪੈ ਜਾਏ, ਉਹਨਾਂ ਨੇ ਤੁਹਾਨੂੰ ਪੁਕਾਰਨਾ ਹੈ, ਤੁਸੀਂ ਇਹਨੂੰ ਪੁਕਾਰਨਾ। ਹਾਂਜੀ। ਅੱਛਾ, ਵੈਸੇ ਇਹ ਪਿਛਲੇ 70-72 ਸਾਲਾਂ ਤੋਂ, ਬਲਕਿ 73-74 ਸਾਲਾਂ ਤੋਂ ਆਪਸ 'ਚ ਦੋਵੇਂ ਮੁਲਕ ਲੜਨ ਦੇ ਆ। ਜਿਸ ਤਰ੍ਹਾਂ ਤੁਸੀਂ ਅੱਗੇ ਆਖਿਆ ਕਿ ਅਗਰ ਵੰਡ ਨਾ ਹੁੰਦੀ ਜਾਂ ਵੰਡ 'ਚ ਕਤਲੋ ਗਾਰਤ ਨਾ ਹੁੰਦੀ ਜਾਂ ਆਪਸ 'ਚ ਦੁਸ਼ਮਣੀ ਨਾ ਹੁੰਦੀ, ਕਿਉਂਕਿ ਮੁਬਾਰਕ ਹੈ ਮੁਲਕ ਬਣ ਗਏ ਨੇ, ਲੇਕਿਨ ਜੇ ਅਸੀਂ ਇੰਨਾ ਵੱਡਾ ਖਰਚਾ ਇੱਕ ਦੂਸਰੇ ਨੂੰ ਲੜਾਉਣ ਤੇ ਲਾ ਦਿੰਦੇ ਆ, ਜੋ ਆਵਾਮ ਤੇ ਲਾਣਾ ਚਾਹੀਦਾ ਸੀ, ਜ਼ਾਹਰ ਆ ਇਹ ਖਰਚਾ ਅਗਰ ਬਚ ਜਾਂਦਾ ਤੇ ਫਿਰ ਹੀ ਆਵਾਮ ਤੇ ਲੱਗਣਾ ਸੀ, ਫਿਰ ਹੀ ਅਸੀਂ ਸੁਪਰ ਪਾਵਰ ਬਣਨਾ ਸੀ। ਇਸੇ ਕਰਕੇ ਮੈਂ ਗੱਲ ਕੀਤੀ ਥੋੜੀ ਕਿ ਸੁਪਰ ਪਾਵਰ ਹੁੰਦਾ। ਹਾਂ, ਸੁਪਰ ਪਾਵਰ ਹੋਣਾ, ਸੁਪਰ ਪਾਵਰ ਹੁੰਦਾ। ਜੇ ਇਹ ਤਮੀਜ਼ ਨਾ ਹੁੰਦੀ ਕਿ ਮੁਸਲਮਾਨ ਹੈ, ਇਹ ਸਿੱਖ ਹੈ, ਇਹ ਇਨਸਾਨ ਹੈ, ਇਹ ਵੀ ਇਨਸਾਨ ਹੈ। ਕਬੱਡੀ ਖੇਲਦੇ ਆ ਇੰਡੀਆ 'ਚ, ਸਰਦਾਰਾਂ ਦਾ ਮੁੰਡੇ ਨੇ ਜੱਫਾ ਪਾ ਕੇ ਢਾ ਲਿਆ, ਮਜ਼ਾ ਆ ਗਿਆ, ਉਹਨੇ ਖੁਸ਼ ਹੋਣਾ। ਇਹ ਨਹੀਂ ਕਿ ਸਿੱਖ ਉਹਨਾਂ ਦਾ ਨਾ, ਉਹਨੇ ਮੁਸਲਮਾਨ ਖੁਸ਼ ਹੋ ਜਾਣਾ ਪੇਟ ਹੀ। ਜੇ ਸਾਡਾ ਇਹ ਨਹੀਂ ਸੀ ਹੈ ਵੀ ਉਹ ਭਲਵਾਨ ਉਹਨਾਂ ਦਾ ਤੇ ਉਹ ਭਲਵਾਨ ਉਹਨਾਂ ਨੂੰ, ਬਿਲਕੁਲ ਕੋਈ ਨਹੀਂ। ਅੱਛਾ। ਲੇਕਿਨ ਇਹ ਜਦੋਂ ਪਾਕਿਸਤਾਨ ਦਾ ਅਨਾਉਂਸਮੈਂਟ ਹੋਈ ਹੈ ਨਾ, ਕੁਛ ਕਮਿਊਨਿਟੀ ਨੇ ਨਫ਼ਰਤ ਦਾ ਬੀਜ ਬੋ ਦਿੱਤੇ, ਨਫ਼ਰਤ ਦਾ ਵਾਸਤਾ ਕਿ ਹੁਣ ਤੁਸੀਂ ਉਹਨਾਂ ਨੂੰ ਮਾਰ ਦਿਓ ਚੰਗੇ ਰਹੋਗੇ, ਤੁਸੀਂ ਉਹਨਾਂ ਨੂੰ ਮਾਰ ਦਿਓ। ਇੱਕ ਵੀ ਪਾਤਾ, ਇੱਕ ਇਤਲਾਹ ਦੇ ਦਿੱਤੀ, ਉਹਦਾ ਸਮਝੋ ਇੱਕ ਰਿਵਾਜ ਹੋ ਗਿਆ ਕਿ ਮੈਂ ਸਿੱਖਾਂ ਨੂੰ ਮਾਰ ਦਿਆਂ, ਹਿੰਦੂਆਂ ਨੂੰ ਮਾਰ ਦਿਆਂ, ਮੁਸਲਮਾਨਾਂ ਨੂੰ ਮਾਰ ਦਿਆਂ।
ਅੱਛਾ, ਇੱਕ ਗੱਲ ਜਿਹੜੀ ਮੁੱਢ ਦੀ ਗੱਲ ਆ ਉਹ ਦੱਸੋ ਕਿ ਇੰਡੀਆ ਪਾਕਿਸਤਾਨ ਦੀ ਦੁਸ਼ਮਣੀ ਕਾਦੀ ਹੈ? ਅੰਗਰੇਜ਼ ਤੋਂ ਤੇ ਆਜ਼ਾਦੀ ਲੈਣੀ ਸੀ, ਆਪਾਂ ਲੈ ਲਈ, ਉਹ ਲੈ ਲਈ। ਹੁਣ ਦੁਸ਼ਮਣੀ ਕਾਦੀ ਹੈ? ਉਹ ਬੀਜ ਬੋਇਆ ਨਾ ਵਿੱਚ ਸਿਆਸਤਦਾਨਾਂ ਨੇ, ਸਿਆਸਤਦਾਨਾਂ ਨੇ ਆਪਣੀਆਂ ਵਰਨਾ ਕੁਰਸੀਆਂ ਵਾਸਤੇ। ਉਹਨੂੰ ਕੱਢਤਾ ਸੀ ਇੱਥੋਂ। ਅਸੀਂ ਆਜ਼ਾਦ ਹੋ ਗਏ ਸੀ, ਇੰਡੀਆ ਆਜ਼ਾਦ ਹੋ ਗਿਆ ਸੀ ਅੰਗਰੇਜ਼ ਨੂੰ ਕੱਢ ਕੇ। ਉਹ ਵਿੱਚ ਫਿਰ ਸਿਆਸਤ ਪਾਤੀ ਵੀ ਅੱਗੇ ਐਡਾ ਕੰਮ ਹੋਇਆ ਕਾਇਦੇ ਆਜ਼ਮ ਜਾਂ ਜਵਾਹਰ ਲਾਲ ਨਹਿਰੂ ਜਾਂ ਫਲਾਨਾ ਵੰਡ ਪਾਓ ਵੀ ਇੰਨਾ ਕੰਮ ਹੋ ਗਿਆ। ਵੈਸੇ ਵੰਡ ਤੁਹਾਨੂੰ ਪਤਾ ਪੰਜਾਬ ਦੀ ਹੋਈ ਆ, ਹੋਰ ਕਾਦੀ ਵੰਡ ਆ? ਸਿਰਫ ਪੰਜਾਬ ਦੀ। ਜੋ ਪੰਜਾਬ ਹੈ ਜਿੱਥੇ ਅਸੀਂ ਬੈਠੇ ਹਾਂ, ਲੁਧਿਆਣਾ ਵੀ ਉਸੇ ਪੰਜਾਬ 'ਚ ਹੈ। ਹਾਂਜੀ ਬਿਲਕੁਲ, ਉਸੇ ਰਸਮਾਂ ਰਿਵਾਜ 'ਚ ਹੈ, ਹਾਂਜੀ। ਉਸੇ ਪਿਆਰ ਵਿੱਚ ਹੈ। ਮੈਂ ਹੋਟਲ ਠਹਿਰਿਆ ਸੀ ਇੱਕ, ਇੱਥੋਂ ਐਗਰੀਕਲਚਰ ਕਾਲਜ 'ਚ ਪੜ੍ਹ ਕੇ ਗਿਆ ਸੀ, ਤੇ ਉਹ ਗੱਲਾਂ ਕਰਦੇ ਕਿ ਮੇਰੇ ਕੋਲ ਆ ਗਿਆ। ਮੈਨੂੰ ਕਹਿੰਦਾ ਭਾਈ ਜੀ ਸਵੇਰ ਨਾਸ਼ਤਾ ਮੇਰੇ ਕੋਲ ਕਰਿਓ। ਅੱਛਾ, ਕੱਲਾ ਸੀ ਮੈਂ। ਮੈਂ ਕਿਹਾ ਯਾਰ ਇੰਨਾ ਤਕੱਲਫ ਨਾ ਕਰੋ ਸਰਦਾਰ ਜੀ, ਮੈਂ ਆ ਜਾਵਾਂਗਾ। ਨਹੀਂ, ਮੈਂ ਨਾਸ਼ਤਾ ਦਿਆਂਗਾ ਤੁਹਾਡੇ ਮੁਤਾਬਕ। ਹੁਣ ਪਤਾ ਸੀ ਕਿ ਵੀ ਇਹ ਚੀਜ਼ ਨਹੀਂ ਖਾ ਸਕਦੇ, ਤੁਹਾਡੇ ਮੁਤਾਬਕ ਦਿਆਂਗਾ, ਘਬਰਾਓ ਨਾ। ਚਲਾ ਗਿਆ ਮੈਂ, ਉਹੀ ਹਲਵਾ ਪੂੜੀ, ਛੋਲੇ ਹਲਵਾ ਪੂੜੀ ਖਾ ਲਿਆ। ਉਹ ਨਾ ਉਹਦਾ ਭ੍ਰਿਟ ਹੁੰਦਾ, ਨਾ ਉਹ ਹੁੰਦਾ, ਕੁਛ ਨਹੀਂ ਹੁੰਦਾ। ਆਓ ਤੁਹਾਨੂੰ ਮੈਂ ਆਪਣੀ ਲਾਇਬ੍ਰੇਰੀ ਦਿਖਾਵਾਂ। ਅੱਛਾ, ਨਾਲ ਦੇ ਕਮਰੇ 'ਚ। ਅੱਛਾ, ਉਹ ਕਿਤਾਬਾਂ ਰੱਖੀਆਂ ਹੋਈਆਂ, ਇਹ ਰੱਖੀਆਂ। ਉੱਪਰ ਜਾ ਕੇ ਨਾ ਇੱਕ ਫੱਟੀ ਦੀ ਤਖਤੀ ਜੀ ਬਣਾ ਕੇ ਉਹਦੇ ਉੱਤੇ ਰੱਖਿਆ। ਮੈਂ ਕਿਹਾ ਸਰਦਾਰ ਜੀ ਆ ਬਾਕੀ ਕਿਤਾਬਾਂ ਹੈ, ਉਹ ਖਾਸ ਆ ਤੁਹਾਡੀ ਕਿਤਾਬ ਜਿਹੜੀ ਉੱਤੇ ਰੱਖੀ ਹੈ। ਤੇ ਗ੍ਰੰਥ ਜਾ ਮੈਂ ਕਿਹਾ, ਕਹਿੰਦਾ ਨਹੀਂ ਜੀ ਉਹ ਪੁਰਾਣੇ ਪਾਕ। ਹਾਏ ਹਾਏ, ਯਾਨੀ ਨਹੀਂ ਇੱਜ਼ਤ ਕਰਤੀ, ਇੱਜ਼ਤ ਕਰ ਰਹੇ ਸੀ। ਉਹ ਕੁਰਾਨੇ ਪਾਕ ਆ ਜੀ। ਮੈਂ ਸੁਣਾ ਵੀ ਸਕਦਾ ਤੁਹਾਨੂੰ, ਸਭ ਕੁਝ ਹੋ ਜਾਏਗਾ। ਫਿਰ ਮੇਰੇ ਕੋਲ ਤੁਹਾਡੇ ਸਾਡੇ ਫਰਕ ਕਰਨ ਲੱਗੇ, ਕੋਈ ਨਹੀਂ, ਹੁਣ ਵੀ ਕੋਈ ਨਹੀਂ। ਯਾਨੀ ਉਹ ਜ਼ੇਨ 'ਚ ਸਿਰਫ ਅਗਰ ਮੈਂ ਸਿੱਖੋਂ ਆਪਣੇ ਆਪ ਨੂੰ ਕਨਵਰਟ ਕਰ ਲਵਾਂ ਤਾਂ ਮੇਰਾ ਜਿਹੜਾ ਪਰਿਵਾਰ ਨਾ ਪਿਛਲਾ ਸਾਰਾ ਮੇਰੇ ਤੋਂ ਜਾਂਦਾ ਰਹੇਗਾ। ਉਹ ਪਿਆਰ ਮੈਨੂੰ ਨਹੀਂ ਛੱਡਦਾ, ਯਕੀਨ ਮੈਨੂੰ ਇਹ ਹੈ। ਦੇਖੋ ਜੀ, ਗੱਲ ਤਾਂ ਇੱਕੋ ਹੀ ਆ। ਗੱਲ ਹੋਈ, ਮੈਂ ਦੋ ਲਫ਼ਜ਼, ਤੁਸੀਂ ਵੀ ਨਬੀ ਦੀ ਔਲਾਦ ਹੈ, ਅਸੀਂ ਵੀ ਨਬੀ ਦੀ ਔਲਾਦ ਹੈ। ਬਾਹਰੋਂ ਕੋਈ ਹੋਰ ਜਨੂਸ ਨਹੀਂ ਆਈ ਮਖਲੂਕ। ਹਾਂਜੀ, ਬਾਹਰੋਂ ਕੋਈ ਮਖਲੂਕ ਨਹੀਂ ਆਈ, ਕੋਈ ਹੋਰ ਜਿਨਸ ਨਹੀਂ ਆਈ। ਇਹ ਨਹੀਂ ਕਿ ਇਹਨਾਂ ਜੰਨਾਤ ਬਣਾ ਦਿਓ, ਫਰਕ ਪੈ ਗਿਆ, ਇਹਨਾਂ ਨੂੰ ਇਹ ਕਰ ਦਿਓ। ਨਹੀਂ, ਹੈ ਅਸੀਂ ਇੱਕੋ ਕੁਛ, ਇੱਕੋ ਹੀ ਕੁਛ ਹੈ। ਬਿਲਕੁਲ, ਸਿਰ ਦਿਮਾਗ ਦੇ ਵਿੱਚ ਗੱਲ ਪਾਉਣੀ ਪਵੇਗੀ। ਮੈਂ ਤੁਹਾਨੂੰ ਦੱਸਾਂ, ਤੁਸੀਂ ਮੈਨੂੰ ਦੱਸੋ, ਗੱਲ ਹੋ ਜਾਊਗੀ। ਸਾਰੀਆਂ ਚੀਜ਼ਾਂ ਛੱਡ ਕੇ ਮਜ਼ਹਬ ਨੂੰ ਇੱਕ ਪਾਸੇ, ਇਨਸਾਨੀਅਤ ਵੱਲ ਧਿਆਨ ਕਰ। ਵੇਖੋ ਨਾ, ਪਹਿਲੇ ਕਿੰਨਾ ਪਿਆਰ ਮੁਹੱਬਤ ਸੀ, ਫਿਰ 47 ਚ ਤੁਸੀਂ ਉਹ ਵੇਲਾ ਵੀ ਵੇਖਿਆ, ਤੁਸੀਂ ਲਾਸ਼ਾਂ ਤੋਂ ਟੱਪਦੇ ਆਏ। ਠੀਕ ਹੈ, ਲਾਸ਼ਾਂ ਤੋਂ ਟੱਪਦੇ ਆਏ, ਪਾਣੀ ਤੱਕ ਨਹੀਂ ਪੀ ਹੋਇਆ। ਮੈਂ ਦੱਸਿਆ ਨਹੀਂ, ਉਹ ਟ੍ਰੇਨ ਇੰਨੀ ਤੇਜ਼ ਸੀ ਕਿ ਮੇਰਾ ਭਾਈ ਦੂਰ ਛੋਟੀ ਚੋਂ ਪਾਣੀ ਲੈ ਕੇ ਪੀਪੇ 'ਚ, ਫਿਰ ਆ ਕੇ ਟ੍ਰੇਨ ਤੇ ਚੜ੍ਹੇ। ਇੰਤਹਾਈ ਸਲੋ ਟ੍ਰੇਨ। ਅੱਛਾ, ਵੈਸੇ ਜੇ ਆਪਾਂ ਇਹਨਾਂ ਦੀ ਪਾਲਿਸੀ ਸੀ ਇੰਡੀਆ ਦੀ ਕਿ ਇਹਨਾਂ ਨੂੰ ਆਹਿਸਤਾ ਵੀ ਅਸੀਂ ਫਲਾਨੀ ਜਗ੍ਹਾ ਜਲੰਧਰ ਅਸੀਂ ਕਮਰੇ ਆਮ ਕਰਾਂਗੇ। ਉਹਨੇ ਕਿਹਾ ਇਜਾਜ਼ਤ ਹੈ ਮੈਨੂੰ, ਤਿਆਰ। ਫਿਰ ਅੱਲਾ ਦੀ ਹਕਮਤ ਹੈ, ਇਹ ਉਸ ਭਗਵਾਨ ਦੀ, ਉਹਨੇ ਦਿਮਾਗ ਬਦਲ ਦਿੱਤੇ ਕਿ ਇੱਥੇ ਨਾ ਮਾਰੋ ਇਹਨਾਂ ਨੂੰ, ਅੰਮ੍ਰਿਤਸਰ ਜਾ ਕੇ ਮਾਰੋ। ਇਹਨਾਂ ਨੇ ਚੀਖੀਆਂ ਪਾਕਿਸਤਾਨ ਸੁਣਨ। ਇੱਕ ਅੱਲਾ ਨੇ ਤਬਦੀਲੀ ਲਿਆਉਣੀ ਸੀ, ਉਹ ਸੁਪਰ ਪਾਵਰ ਬਚਾਣਾ ਹੈ ਨਾ, ਬਚਾਣਾ ਹੈ ਨਾ। ਉਹਨੇ ਮੇਰੀ ਵੀ ਤੁਹਾਡੀ ਵੀ ਰਾਖੀ ਕਰਨੀ ਹੈ, ਤੁਹਾਨੂੰ ਵੀ ਰਿਜ਼ਕ ਦੇਣਾ ਹੈ, ਤੁਹਾਨੂੰ ਹਰ ਚੀਜ਼ ਦੇ ਪੈਦਾ ਹੋਇਆ ਪਾਣੀ ਦੇ ਕਤਰੇ ਤੋਂ। ਇਹ ਕਿੱਥੋਂ ਆਇਆ? ਕਿੱਡਾ ਖੂਬਸੂਰਤ ਹੈ, ਕਿੱਡਾ ਖੂਬਸੂਰਤ ਸਰਦਾਰ ਜੀ ਬਣਾਇਆ ਨੇ, ਉਹੀ ਬਣਾ ਸਕਦਾ, ਹੋਰ ਕੋਈ ਤਾਕਤ ਨਹੀਂ। ਹਕੀਕਤ ਉਹ ਤਿੰਨਾਂ ਨੇ ਵਿੱਚ ਇਹਦੀ ਪਰਵਰਿਸ਼ ਹੁੰਦੀ ਹੈ। ਵੇਖੋ ਨਾ, ਉਹ ਹਿੰਦੂਆਂ ਨੂੰ ਵੀ ਰੋਟੀ ਦੇ ਰਿਹਾ, ਉਹ ਗਰੀਬ ਨੂੰ ਵੀ ਦੇ ਰਿਹਾ, ਉਹ ਅਮੀਰ ਨੂੰ ਵੀ ਦੇ ਰਿਹਾ, ਉਹ ਸਿੱਖਾਂ ਨੂੰ ਵੀ ਦੇ ਰਿਹਾ, ਉਹ ਮੁਸਲਮਾਨ ਨੂੰ ਵੀ ਦੇ ਰਿਹਾ। ਮੇਰੀ ਮਖਲੂਕ ਹੈ, ਮੈਂ ਪਾਲਾਂਗਾ ਇਹਨੂੰ। ਅੱਛਾ ਬਜ਼ੁਰਗੋ, ਜੇ ਹੁਣ ਆਪਾਂ ਮੁੱਖ ਦੀ ਗੱਲ ਕਰੀਏ, ਆਉਣ ਵਾਲੀ ਪੀੜ੍ਹੀ ਨੂੰ ਤੁਸੀਂ ਇੱਕ ਪੜ੍ਹੇ ਲਿਖੇ, ਇੱਕ ਅਹਿਮ ਅਹੁਦਿਆਂ ਤੇ ਰਹੇ, ਤੁਹਾਡੇ ਕੋਲ ਕਾਫੀ ਨੌਲੇਜ ਹੈ, ਤੁਸੀਂ ਉੱਧਰ ਦੀ ਵੀ ਵੇਖੀ, ਇੱਧਰ ਦੀ ਵੀ ਜ਼ਿੰਦਗੀ ਵੇਖੀ, ਅੱਜ ਵੀ ਤੁਹਾਨੂੰ ਉਹ ਧਰਤੀ ਯਾਦ ਆਉਂਦੀ ਹੈ, ਇੱਧਰ ਦੀ ਧਰਤੀ ਨੇ ਤੁਹਾਨੂੰ ਤਰੱਕੀਆਂ ਦਿੱਤੀਆਂ।
ਤੁਸੀਂ ਕੀ ਸੁਨੇਹਾ ਦਿਓਗੇ ਦੋਵਾਂ ਮੁਲਕਾਂ ਨੂੰ, ਦੋਵਾਂ ਮੁਲਕਾਂ ਦੀ ਆਵਾਮ ਨੂੰ, ਆਮ ਆਵਾਮ ਨੂੰ, ਸਿਆਸਤਦਾਨਾਂ ਨੂੰ ਪਰੇ ਰੱਖ ਕੇ, ਬਾਕੀ ਸਾਰੀਆਂ ਚੀਜ਼ਾਂ ਨੂੰ ਪਰੇ ਰੱਖ ਕੇ, ਜਿਹੜੇ ਲੋਕ ਤੁਹਾਨੂੰ ਉੱਧਰ ਵੇਖਣਗੇ ਜਾਂ ਜਿਹੜੇ ਲੋਕ ਤੁਹਾਨੂੰ ਇੱਧਰ ਵੇਖਣਗੇ, ਪੰਜਾਬੀ ਜਿਹੜੇ ਤੁਹਾਨੂੰ ਵੇਖਣਗੇ, ਆਮ ਲੋਕਾਂ ਨੂੰ ਦੋਵਾਂ ਮੁਲਕਾਂ ਦੇ ਵਿੱਚ ਰਹਿਣ ਵਾਸਤੇ ਕੀ ਸੁਨੇਹਾ ਦਿਓਗੇ? ਮੈਂ ਸਾਰਿਆਂ ਨੂੰ ਕਿ ਤੁਸੀਂ ਸਿਰਫ ਅਖਲਾਕੀਆਤ ਤੇ ਉਹਦੇ ਤੇ ਧਿਆਨ ਦਿਓ। ਮਤ ਸੋਚੋ ਕਿ ਉਹ ਸਿੱਖ ਹੈ, ਮਤ ਸੋਚੋ ਕਿ ਇਹਨੂੰ ਸਮਝੋ ਕਿ ਇਨਸਾਨ ਹੈ, ਇਨਸਾਨ ਇਕੱਠੇ ਹੋ ਕੇ ਕਿ ਜਿਨ੍ਹਾਂ ਦਾ ਰੱਬ ਇੱਕੋ ਹੀ ਹੈ, ਨਬੀ ਇੱਕੋ ਹੀ ਹੈ ਨਾ। ਬਿਲਕੁਲ। ਇਹ ਆਪਸ ਵਿੱਚ ਇੱਕ ਦੂਸਰੇ ਨੂੰ ਭਾਈ ਸਮਝਣ, ਇੱਕ ਦੂਸਰੇ ਜਿਸਮ ਨੂੰ ਸਮਝਣ। ਤੇ ਸਰਦਾਰ ਜੀ ਨੂੰ ਕੰਡਾ ਲੱਗ ਗਿਆ ਤੇ ਆਪੇ ਮਹਿਸੂਸ ਕਰੇ ਮੇਰੇ ਲੱਗਾ, ਯਾਨੀ ਇੰਨਾ ਪਿਆਰ ਵਧਾ ਦਿਓ ਜਿਹੜਾ ਇਸ ਤੋਂ ਪਹਿਲੇ ਹੈ ਸੀ। ਹੁਣ ਸਾਰੀ ਚੀਜ਼ ਜਿਹੜੀ ਨਾ ਆ ਗਈ ਹੈ ਦੌਲਤ ਵੱਲ, ਮਾਦੀਆਤ ਵਿੱਚ, ਕਿ ਮੇਰੇ ਕੋ ਉਹਦੇ ਕੋ ਕੋਠੀ ਕਨਾਲ ਦੀ ਹੈ, ਯਾਰ ਮੇਰੇ ਕੋ ਇਹ ਹੋ ਜਾਏ, ਮੈਂ ਇਹ ਕਰ ਲਵਾਂ, ਇਹ ਕਰ ਨਹੀਂ। ਉਹਦੇ ਅੱਗੇ ਫਰਿਆਦ ਕਰੋ ਕਿ ਮੈਨੂੰ ਵੀ ਦਿੱਤਾ ਰਿਜ਼ਕ, ਇਹਨੂੰ ਵੀ ਦੇ, ਇਹਨੂੰ ਤੰਦਰੁਸਤੀ ਦਿੱਤੀ, ਮੈਨੂੰ ਵੀ ਤੰਦਰੁਸਤੀ, ਉਹ ਦੇ ਦੇਗਾ। ਹਾਂ, ਦੇ ਦੇਗਾ, ਬਿਲਕੁਲ। ਜੇ ਇਕੱਲੇ ਨੂੰ ਕਹੋ ਕਿ ਮੈਨੂੰ ਦੇਈ ਜਾਓ, ਸਰਦਾਰ ਨੂੰ ਕੁਛ ਨਾ ਦਿਓ, ਕਹਿੰਦਾ ਨਾ ਨਾ ਮੇਰੀ ਮਖਲੂਕ ਆ, ਮੇਰੀ ਮਖਲੂਕ ਹੈ। ਇੱਕ ਹਜ਼ਰਤ मूसा अलैहिस्सलाम नबी होए, ना तो सुने जी? बिल्कुल बिल्कुल। वो लंघते जा रहे हैं, एक बाद मेरे कोले बैठा है, वो माड़ा मोटा लिबास हो दे ऐसी जा कोई, वो करदा या अल्लाह तू कल्ला ही है, मेरे को आ जा। वो सोच देखो वो की पैगाम दिंदा, तू मेरे को आ जा, मैं तेन नहावांगा, तेरे सिर च तेल बालांगा, मैं तेन लिबास देवांगा, तू जो कल्ला इत्थे है तू मेरे को आ जा। तो मूसा अलैहिस्सलाम उन्हें गुस्से हो गए, वो रब है सारिਆਂ ਨੂੰ ਦੇਣਾ, ਤੂੰ ਇਹ ਕੀ ਕਰਦਾ? ਉਹਨੇ ਤਰਜਮਾ ਕੀਤਾ ਸਾਡੀ ਆਇਤ ਦਾ, ਕੁਲ ਹੁਵੱਲਾਹੂ ਅਹਦ ਅੱਲਾਹੁ ਸਮਦ ਲਮ ਯਲਿਦ ਵਲਮ ਯੂਲਦ, ਕਿ ਉਹਦਾ ਨਾ ਕੋਈ ਭੈਣ, ਨਾ ਉਹਦਾ ਪੁੱਤਰ, ਨਾ ਉਹਦਾ ਭਾਈ, ਨਾ ਉਹਦੀ ਮਾਂ, ਨਾ ਉਹਦਾ ਬਾਪ, ਵਾਹਦ ਵਾਹਦ। ਬਿਲਕੁਲ। ਔਰ ਸਾਡੇ ਅਗਰ ਧਰਮ 'ਚ ਵੇਖੋ, ਇੱਕ ਓਂਕਾਰ, ਹਾਂ, ਕ੍ਰੀਏਟਰ ਇਜ਼ ਵਨ, ਗੋਡ ਇਜ਼ ਵਨ, ਪਰਮਾਤਮਾ ਇੱਕ ਹੈ, ਪੈਦਾ ਕਰਨੇ ਵਾਲਾ ਇੱਕ ਹੈ। ਉਹ ਤਾਂ ਨਾਂ ਤਬਦੀਲ ਹੈ। ਹਾਂਜੀ, ਤੁਸੀਂ ਅਸੀਂ ਪੰਜਾਬੀ 'ਚ ਬੋਲ ਲੈਂਦੇ, ਤੁਸੀਂ ਅਰਬੀ 'ਚ ਬੋਲ ਲੈਂਦੇ। ਬਸ ਗੱਲ ਉਹੀ ਕਹਿੰਦਾ, ਇਹਨੂੰ ਅਖਲਾਕੀ ਤੌਰ ਤੇ ਵੀ ਇਨਸਾਨ ਹੈ। ਮੈਂ ਅਗਰ ਨਮਾਜ਼ ਪੜ੍ਹਦਾ ਨਾ ਤੇ ਉਹਦਾ ਤੇ ਇਹਨੂੰ ਤਾਂ ਅਸਰ ਕੋਈ ਨਹੀਂ ਪੜ੍ਹੇ, ਤੇ ਜੇ ਉਹ ਆਪਣੇ ਪਰਮਾਤਮਾ ਨੂੰ ਪੂਜਦਾ ਕਰੇ ਕੀ ਫਰਕ ਪੈਂਦਾ? ਕੋਈ ਫਰਕ। ਜੇ ਉਹ ਨਹੀਂ ਵੀ ਮੰਨਦਾ ਤਾਂ ਫਿਰ ਵੀ ਕੀ ਆ? ਅਗਰ ਉਹ ਨਹੀਂ ਵੀ ਮੰਨਦਾ ਫਿਰ ਕੀ ਆ? ਫਿਰ ਵੀ ਉਹਦੀ ਹੈ ਤੇ ਇਨਸਾਨ, ਇਨਸਾਨ ਤਾਂ ਹੈ ਨਾ, ਇੱਕ ਭਾਈ ਹੈ ਨਾ, ਇੱਕੋ ਜਿੰਸ ਹੈ। ਉਹ ਹਜ਼ਰਤ मूसा अलैहिस्सलाम ਦੀ ਕਹਾਣੀ ਪੂਰੀ ਕਰੋ, ਕਿਉਂਕਿ ਮੈਂ ਪਹਿਲੇ ਸੁਣੀ ਹੋਈ ਹੈ, ਲੇਕਿਨ ਮੈਂ ਚਾਹੁੰਦਾ ਕਿ ਲੋਕ ਸੁਣਨ। ਮੈਂ ਕਿਉਂਕਿ ਉਹਨਾਂ ਨੇ ਸਾਡੇ ਜਿਹੜੀ ਆਇਤ ਆਈ ਨਾ ਕੁਲ ਹੁਵੱਲਾਹ ਵਾਲੀ, ਉਹਦਾ ਤਰਜਮਾ ਕੀਤਾ ਉਹਨੇ, ਕੁਲ ਹੁਵੱਲਾਹੂ ਅਹਦ ਅੱਲਾਹੁ ਸਮਦ ਲਮ ਯਲਿਦ ਵਲਮ ਯੂਲਦ, ਕਿ ਉਹਦਾ ਨਾਂ ਕੋਈ ਕੱਲਾ ਹੀ ਆ, ਉਹ ਵਾਹਦ ਨਹੀਂ, ਵਾਹਦ ਨਹੀਂ ਕਿਹਾ, ਅਹਦ ਕਿਹਾ। ਅਹਦ ਵਾਹਦ ਅਗਰ ਕਹਿੰਦਾ ਤਾਂ ਫਿਰ ਇੱਕ ਦੂਸਰਾ ਵੀ ਹੁੰਦਾ ਸੀ, ਇੱਕ ਨੰਬਰ ਦੋ ਨੰਬਰ ਨਹੀਂ, ਉਹ ਕਿਹਾ ਅਹਦ, ਵੀ ਕੱਲਾ ਹੀ ਹੈ। ਨਾ ਉਹਨੇ ਕਿਸੇ ਨੂੰ ਜਣਿਆ, ਨਾ ਉਹਨੂੰ ਕਿਸੇ ਨੇ ਜਣਿਆ, ਨਾ ਉਹਦੇ ਭੈਣ, ਨਾ ਉਹਦਾ ਭਾਈ, ਨਾ ਉਹਦਾ ਬਾਪ, ਉਹ ਕੱਲਾ ਕੱਲਾ। ਉਹਨੇ ਫਿਰ ਤਰਜਮਾ ਇਹਦਾ ਕਰ ਦਿੱਤਾ ਵੀ ਤੂੰ ਮੇਰੇ ਕੋਲ ਆ ਜਾ। ਤੇ मूसा अलैहिस्सलाम ਨੇ ਨਾਰਾਜ਼ ਹੋਏ, ਇਹ ਕੀ ਕਹਿੰਦਾ ਤੂੰ? ਉਹ ਰੱਬ ਹੈ। ਉਹਨੇ ਕਿਹਾ ਅੱਛਾ ਜੀ, ਨਹੀਂ ਕਹਿੰਦਾ। ਅੱਛਾ। ਤਾਂ मूसा अलैहिस्सलाम ਚੱਲ ਪਏ, ਨਾਲ ਹੀ ਜਬਰੀਲ अलैहिस्सलाम ਫਰਿਸ਼ਤਾ ਭੇਜਦਾ ਨੇ ਕਿ ਮੇਰਾ ਯਾਰ ਹੈ, ਇਹ ਜਿਹੜਾ ਇਹਨੇ ਅਨਾਉਂਸਮੈਂਟ ਕੀਤੀ ਆ ਉਹ ਮੈਂ ਹਲੇ ਕਰਨੀ ਆ, ਆਖਰੀ ਨਬੀ ਤੇ ਕਰਾਂਗਾ, ਉਹ ਆਏ ਤਾਂ ਉਦੋਂ ਆਏਗੀ, ਮਾਫੀ ਮੰਗ ਲਾ ਜਾ। ਉਹ ਨਾਰਾਜ਼ ਹੋ ਗਿਆ, ਮੈਂ ਤੇਰੇ ਨਾਲ ਨਾਰਾਜ਼ ਹੋ ਗਿਆ ਤੇ ਨਬੂਵਤ ਗਈ। ਹਾਏ ਹਾਏ ਹਾਏ। ਉਹਨੇ ਆ ਕੇ ਬਾਬਾ ਮਾਫੀ ਦੇ ਦੇ ਮੈਨੂੰ। ਹਾਏ ਹਾਏ। ਉਹਨੇ ਕਿਹਾ ਮੇਰਾ ਕੀ ਵਿਗਾੜਿਆ ਤੂੰ? ਉਹਨੇ ਆਖਿਆ ਮੇਰੀ ਗਲਤੀ ਇਹ ਹੈ ਕਿ ਤੂੰ ਮੈਨੂੰ ਸਦੀਆਂ ਤੋਂ ਪਹਿਲੇ ਦੀ ਗੱਲ, ਸਦੀਆਂ ਤੋਂ ਪਹਿਲੇ ਦੀ ਗੱਲ, ਸਦੀਆਂ ਤੋਂ ਬਾਅਦ ਦੀ ਗੱਲ, ਉਹ ਸਾਰੀ ਦੱਸ ਦਿੱਤੀ। ਉਹ ਹਕੀਕਤ ਕੀ ਹੈ, ਉਹਦੇ ਨਾਂ ਜਿਹੜੇ ਨੇ
ਮੈਂ ਅੱਲਾ ਕਹਿੰਦਾ, ਤੁਸੀਂ ਭਗਵਾਨ ਕਹਿੰਦੇ ਹੋ, ਉਹ ਗੋਡ ਕਹਿੰਦਾ ਹੈ, ਕੋਈ ਪਰਮਾਤਮਾ ਕਹਿੰਦਾ ਹੈ। ਕੋਈ ਭਗਵਾਨ। ਚਲੋ ਜੀ ਬਜ਼ੁਰਗੋ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਕ ਬਹੁਤ ਖੂਬਸੂਰਤ ਗੱਲਬਾਤ ਬਜ਼ੁਰਗਾਂ ਨਾਲ ਕੀਤੀ। ਮੈਨੂੰ ਇੰਨੀ ਖੁਸ਼ੀ ਮਹਿਸੂਸ ਹੋਈ ਹੈ ਤੁਹਾਡੇ ਨਾਲ ਮੁਲਾਕਾਤ ਦੀ। ਹਾਂ ਅਗਰ ਮੈਂ ਇੰਡੀਆ 'ਚ ਜਾਂਦਾ ਸੀ ਨਾ ਤਾਂ ਮੈਂ ਤੁਹਾਡੇ ਦੋਸਤਾਂ ਨੂੰ ਹੁਣ ਦੋਸਤ ਬਣਾ ਕੇ ਉਹਦੇ ਨਾਲ ਗੱਪਸ਼ਪ ਇਹੋ ਹੀ ਲਾਉਂਦਾ। ਮੇਰੇ ਸੀਨੇ 'ਚ ਨਾ ਠੰਡਕ ਪੈਂਦੀ ਹੈ, ਹਾਏ ਹਾਏ ਮੇਰੇ ਸੀਨੇ 'ਚ ਠੰਡਕ ਪੈਂਦੀ ਹੈ ਕਿ ਮੇਰੇ ਇਲਾਕੇ ਦਾ ਆਦਮੀ, ਮੇਰੇ ਇਲਾਕੇ ਦਾ ਆਦਮੀ, ਉੱਥੇ ਦਾ ਪਾਣੀ, ਉੱਥੇ ਦਾ ਖਾਣਾ ਇਹਨੇ ਖਾਧਾ, ਮੈਂ ਇਹਦੇ ਨਾਲ ਪਿਆਰ ਕਰਾਂ, ਹਾਏ ਹਾਏ ਉਹ ਮੇਰੇ ਨਾਲ ਪਿਆਰ ਕਰੇ ਤੇ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ। ਜਿਸ ਤਰ੍ਹਾਂ ਤੁਸੀਂ ਚਲੋ ਬਜ਼ੁਰਗੋ, ਨਾਨਕ ਸਾਹਿਬ ਜਾਂਦੇ ਹੋ, ਹਾਂ ਜੀ ਨਨਕਾਣਾ ਸਾਹਿਬ ਅਸੀਂ ਮੱਕੇ ਜਾਂਦੇ ਹਾਂ, ਹਾਂ ਉਹਦੇ ਚ ਤੁਸੀਂ ਉਹਨੂੰ ਪੂਜਦੇ ਹੋ, ਅਸੀਂ ਉਹਨੂੰ ਪੂਜਦੇ ਹਾਂ। ਹੈ ਉਹ ਇੱਕੋ ਹੀ, ਇੱਕੋ ਹੀ ਇੱਕੋ ਹੀ ਇੱਕੋ ਹੀ। ਹੈ ਇੱਕੋ ਹੀ। ਉਹਦੇ ਵਿੱਚ ਫਰਕ ਨਹੀਂ ਹੈ। ਉਹ ਕਹਿੰਦਾ ਮੇਰੀ ਮਖਲੂਕ ਆ, ਤੁਸੀਂ ਕੌਣ ਹੈ। ਚਲੋ ਬਜ਼ੁਰਗੋ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਕ ਪਿਆਰ ਭਰੀ ਸਾਂਝ, ਇਹ ਉਹ ਕਹਾਣੀਆਂ ਨੇ ਜਿਹੜੀਆਂ ਅਸੀਂ ਹਕੀਕਤ ਦੇ ਵਿੱਚ ਜਿਹੜੀ ਵੀ ਕਹਾਣੀ ਜਦੋਂ ਰਿਕਾਰਡ ਕਰਦੇ ਸਾਨੂੰ ਇੰਝ ਲੱਗਦਾ ਕਿ ਅਸੀਂ ਬਜ਼ੁਰਗਾਂ ਦੇ ਨਾਲ ਨਾਲ ਤੁਰ ਰਹੇ ਹਾਂ। ਉਹ ਸਾਰਾ ਕੁਝ ਅਸੀਂ ਵੀ ਵੇਖ ਰਹੇ ਹਾਂ ਔਰ ਇਹੀ ਇਸ ਚੀਜ਼ ਦਾ ਮਜ਼ਾ ਹੈ ਕਿ ਉਹ ਸਿਰਫ ਅਸੀਂ ਨਾ ਖੁਦ ਵੇਖਦੇ ਹਾਂ, ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਆਉਣ ਵਾਲੀ ਪੀੜ੍ਹੀ ਤੱਕ ਔਰ ਉਹਨਾਂ ਲੋਕਾਂ ਤੱਕ ਜੋ ਨਫ਼ਰਤ ਫੈਲਾਉਂਦੇ ਆ ਉਹਨਾਂ ਲੋਕਾਂ ਤੱਕ ਪਹੁੰਚਾਉਂਦੇ ਹਾਂ। ਬਜ਼ੁਰਗਾਂ ਨੇ ਜਿਸ ਤਰ੍ਹਾਂ ਦੱਸਦੇ ਆ ਕਿ ਸਾਨੂੰ ਪੈਦਾ ਕਰਨੇ ਵਾਲਾ ਉਹ ਮਾਲਕ ਇੱਕੋ ਹੀ ਹੈ, ਸਾਡੇ 'ਚ ਕੋਈ ਫਰਕ ਨਹੀਂ ਹੈ, ਸਾਡੀ ਪਾਤਸ਼ਾਹ ਇੱਕੋ ਹੀ ਹੈ। ਲੇਕਿਨ ਕੁਛ ਕੁਰਸੀ ਦੇ ਅਹੁਦੇਦਾਰਾਂ ਨੇ ਸਾਡੇ 'ਚ ਨਫ਼ਰਤਾਂ ਜਿਹੜੀਆਂ ਨੇ ਉਹ ਪਾ ਦਿੱਤੀਆਂ ਨੇ। ਇਹ ਕਹਾਣੀ ਆਪ ਜੀ ਦੇ ਰੂਬਰੂ ਕਰਨ ਦਾ ਮਕਸਦ ਸਿਰਫ ਇਹੀ ਹੈ ਕਿ ਦੋਵਾਂ ਪੰਜਾਬਾਂ ਦੇ ਵਿਚਕਾਰ ਇੱਕ ਪਿਆਰ, ਅਮਨ, ਮੁਹੱਬਤ ਦੀ ਲਹਿਰ ਵਧਾਈ ਜਾਏ ਇਸੀ ਪੰਜਾਬੀ ਲਹਿਰ ਦੇ ਥਰੂ, ਔਰ ਕੋਸ਼ਿਸ਼ ਕੀਤੀ ਜਾਵੇ ਕਿ ਜਿਹੜੇ ਕੁਝ ਕੁ ਬਜ਼ੁਰਗ ਸਾਡੇ ਕੋਲ ਰਹਿ ਗਏ ਨੇ, ਜਿਸ ਤਰ੍ਹਾਂ ਬਜ਼ੁਰਗਾਂ ਨੇ ਦੱਸਿਆ ਕਿ ਹੌਲੀ ਹੌਲੀ ਜਿਹੜਾ ਹੈ ਉਹ ਆਹਿਸਤਾ ਆਹਿਸਤਾ ਨਫ਼ਰਤਾਂ ਘਟਦੀਆਂ ਜਾ ਰਹੀਆਂ ਨੇ। ਲੇਕਿਨ ਇਸ ਆਹਿਸਤਾ ਆਹਿਸਤਾ ਨੂੰ ਆਪਾਂ ਥੋੜ੍ਹਾ ਤੇਜ਼ ਕਰਨਾ ਹੈ। ਇਹਨਾਂ ਬਜ਼ੁਰਗਾਂ ਹੀ ਦੀ ਰਾਹੀਂ ਅਸੀਂ ਆਪਣਾ ਪਿਛੋਕੜ ਜਿਹੜਾ ਹੈ ਉਹ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਵਿਖਾਉਣਾ ਹੈ, ਬਲਕਿ ਉਹਨਾਂ ਲੋਕਾਂ ਤੱਕ ਪਹੁੰਚਾਉਣਾ ਜੋ ਨਫ਼ਰਤਾਂ ਕਰਦੇ ਨੇ, ਜਿਹੜੀਆਂ ਪੰਜਾਬ ਦੇ ਵਿੱਚ ਨਫ਼ਰਤਾਂ ਤੁਸੀਂ ਸਰੇਆਮ ਵੇਖ ਸਕਦੇ ਹੋ। ਜਿਹੜੀਆਂ ਮਸੂਬਤਾਂ ਆਈਆਂ ਨਾ, ਅੱਲਾਹ ਕੱਟ ਕੇ ਨਜ਼ਦੀਕ ਕਰ ਦੇਵੇ, ਨਜ਼ਦੀਕ ਕਰ ਸਕੀਏ। ਬਿਲਕੁਲ ਜੀ। ਸੋ ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਸਾਡੀਆਂ ਜਾਰੀਆਂ ਰਹਿਣਗੀਆਂ। ਆਪਾਂ ਕੋਸ਼ਿਸ਼ ਕਰਾਂਗੇ, ਉਡੀਕ ਕਰਾਂਗੇ ਕਿ ਇਹਨਾਂ ਦੀ ਧਰਤੀ ਤੋਂ ਉਹਨਾਂ ਵੀਰਾਂ ਦਾ ਸਵਾਲਨਾਮਾ ਜ਼ਰੂਰ ਆਵੇ, ਉਹਨਾਂ ਦਾ ਜਵਾਬ ਜ਼ਰੂਰ ਆਵੇ ਜੋ ਜਿਨ੍ਹਾਂ ਨੇ ਇਹਨਾਂ ਦੇ ਨਾਮ ਲਏ ਨੇ, ਉਹਨਾਂ ਦੇ ਬੱਚਿਆਂ ਦੇ, ਤਾਂ ਕਿ ਆਉਣ ਵਾਲੀ ਪੀੜ੍ਹੀ ਜਿਹੜੀ ਹੈ ਉਹਨਾਂ ਬਜ਼ੁਰਗਾਂ ਤੱਕ ਇਹਨਾਂ ਨੂੰ ਆਪਸ ਦੇ ਵਿੱਚ ਇਹਨਾਂ ਦਾ ਪਿਆਰ ਵੱਧ ਸਕੇ, ਇਹਨਾਂ ਦੇ ਬੱਚੇ ਆਪਸ 'ਚ ਮਿਲ ਸਕਣ, ਗੱਲਾਂ ਬਾਤਾਂ ਕਰਨ। ਸੋ ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਆਪਾਂ ਜਾਰੀ ਰੱਖਾਂਗੇ। ਮਿਲਦੇ ਹਾਂ ਕਿਸੇ ਹੋਰ ਥਾਂ ਕਿਸੇ ਹੋਰ ਬਜ਼ੁਰਗ ਦੀ ਕਹਾਣੀ ਲੈ ਕੇ। ਰੱਬ ਰਾਖਾ ਜੀ।